ਪੰਜਾਬ ਦੇ ਸ਼ਾਂਤ ਪਾਣੀਆਂ 'ਚ ਜਦੋਂ ਅੰਮ੍ਰਿਤਪਾਲ ਦਾ ਉਦੈ ਹੁੰਦਾ ਇੱਕ ਅਰਸਾ ਪਹਿਲਾਂ, ਤਾਂ ਲੋਕ ਮਨਾਂ ਦੇ ਵਿੱਚ, ਲੋਕ ਜ਼ਿਹਨ ਦੇ ਵਿੱਚ ਕਈ ਸਵਾਲ ਉੱਠਦੇ ਆ ਕਿ ਆਖਰ ਇਹ ਡਿਜ਼ਾਈਨ ਕੀ, ਇਹ ਵਰਤਾਰਾ ਕੀ। ਫਿਰ ਰੋਡੇ ਪਿੰਡ ਦੀ ਉਹ ਸਰਜ਼ਮੀ, ਰੋਡੇ ਪਿੰਡ ਦੀ ਉਹ ਧਰਤੀ, ਜਿੱਥੋਂ ਤਾਜਪੋਸ਼ੀ ਵਰਗਾ ਇੱਕ ਈਵੈਂਟ ਹੁੰਦਾ ਹੈ, ਤੇ ਫਿਰ ਦੋ ਤਿੰਨ ਘਟਨਾਵਾਂ ਇਸ ਵਰਤਾਰੇ ਨੂੰ ਵਿਸਥਾਰ ਦੇ ਦਿੰਦੀਆਂ। ਲੇਕਿਨ ਪੰਜਾਬ ਦੀ ਧਰਾਤਲ ਤੋਂ ਇਹਨੂੰ ਸਪੋਰਟ ਕਿੰਨੀ ਕੁ ਮਿਲਦੀ ਆ, ਇਹਨੂੰ ਨਹੀਂ ਜਲਾ ਕੇ ਤੱਕਿਆ ਜਾਂਦਾ ਹੈ। ਕੁਝ ਲੋਕ ਇਹਨੂੰ ਇਸ ਤਰ੍ਹਾਂ ਵੀ ਦੇਖਦੇ ਸੀਗੇ ਕਿ ਕੀ ਸਟੇਟ ਪੰਜਾਬ ਦੀ ਧਰਾਤਲ ਤੇ ਇਸ ਤਰ੍ਹਾਂ ਦੀ ਸੋਚ ਵਾਲੇ ਲੋਕਾਂ ਦੀ ਨਿਸ਼ਾਨਦੇਹੀ ਕਰ ਰਹੀ ਆ, ਪਾਣੀ ਮਾਪੇ ਜਾ ਰਹੇ ਆ, ਜਾਂ ਫਿਰ ਇਹ ਕਿਸੇ ਹੋਰ ਤਰੀਕੇ ਨਾਲ ਕੋਈ ਕੁਦਰਤੀ ਵਰਤਾਰੇ ਵਾਂਗ ਅੱਗੇ ਗੱਲ ਵਧ ਰਹੀ ਆ। ਬਹੁਤ ਸਾਰੇ, ਜਿੰਨੇ ਮੂੰਹ ਉਨੀਆਂ ਗੱਲਾਂ। ਤੇ ਅੱਜ ਫਿਰ ਜਦੋਂ ਤਾਜਪੋਸ਼ੀ ਵਾਲੇ ਸਥਾਨ ਦੇ ਉੱਤੋਂ ਹੀ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦਿਖਾਈ ਜਾਂਦੀ ਹੈ, ਜਿਹਨੂੰ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਸਮਰਪਣ ਦੇ ਨਾਂ ਨਾਲ ਅੱਗੇ ਵਧਾਉਂਦੇ, ਔਰ ਉੱਥੋਂ ਜਿਹੜੀ ਸਪੀਚ ਅੰਮ੍ਰਿਤਪਾਲ ਸਿੰਘ ਦੀ ਆ ਉਹ ਵੀ ਉਸੇ ਦਿਸ਼ਾ 'ਚ ਅੱਗੇ ਵਧ ਰਹੀ। ਹੁਣ ਇਹਦੇ ਦੋ ਪਹਿਲੂ ਆ ਕਿ ਕੀ ਤੁਸੀਂ ਅੰਮ੍ਰਿਤਪਾਲ ਸਿੰਘ ਦੇ ਚੈਪਟਰ ਨੂੰ ਖਤਮ ਮੰਨਦੇ ਹੋ ਜਾਂ ਇਹਦੀ ਇੱਕ ਸ਼ੁਰੂਆਤ ਮੰਨਦੇ ਹੋ। ਕੀ ਅੰਮ੍ਰਿਤਪਾਲ ਸਿੰਘ ਨੂੰ ਵਾਪਸ ਲਿਆਂਦਾ ਗਿਆ ਜਾਂ ਅੰਮ੍ਰਿਤਪਾਲ ਸਿੰਘ ਵਾਪਸ ਆ ਗਏ ਨੇ? ਹੁਣ ਇਹ ਸਵਾਲ ਆਉਂਦੇ ਦਿਨਾਂ ਦੇ ਵਿੱਚ ਵੱਡੇ ਹੋਣਗੇ, ਜਿਹੜੇ ਲੋਕ ਪੁੱਛ ਰਹੇ ਨੇ। ਅਸੀਂ ਮਹਿਜ ਮਾਤਰ ਜ਼ੁਬਾਨ ਬਣ ਰਹੇ ਹਾਂ, ਇਹ ਸਵਾਲ ਲੋਕਾਂ ਚੋਂ ਆ ਰਹੇ ਆ, ਧਰਾਤਲ ਤੋਂ ਆ ਰਹੇ ਆ। ਅਸੀਂ ਇਸ ਗੱਲ ਨੂੰ ਹੁਣ ਅੱਗੇ ਵਧਾਉਂਦੇ ਆ ਕਿ ਦਰਅਸਲ ਅੰਮ੍ਰਿਤਪਾਲ ਦਾ ਪੰਜਾਬ ਦੀ ਧਰਤੀ ਦੇ ਉੱਤੇ ਆਉਣਾ ਦੁਬਈ ਤੋਂ, ਔਰ ਅੱਜ ਤੱਕ ਦਾ ਇਹ ਸਫ਼ਰ, ਇਹਨੂੰ ਕਿੰਨਾ ਸ਼ਬਦਾਂ ਨਾਲ ਤੁਸੀਂ ਪਰਿਭਾਸ਼ਿਤ ਕਰੋਗੇ? ਇਹ ਆਮ ਬੰਦੇ ਦੇ ਸਵਾਲ ਨੇ ਕਿ ਆਖਰ ਜਦੋਂ ਕੋਈ ਇਸ ਤਰ੍ਹਾਂ ਦਾ ਮਾਹੌਲ ਸੀ ਹੀ ਨਹੀਂ, ਤਾਂ ਫਿਰ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਵੱਲ ਰੁਚਿਤ ਕੌਣ ਸੀ? ਕੀ ਹੁਣ ਇਹਨੂੰ ਇੱਕ ਨਵੀਂ ਦਿਸ਼ਾ ਦੇ ਵਿੱਚ ਅੱਗੇ ਵਧਾਇਆ ਜਾਊਗਾ? ਇਹਦੇ ਕੋਈ ਸਿਆਸੀ ਮਾਇਨੇ ਵੀ ਆ? ਇਹ ਸਾਰੇ ਸਵਾਲ ਨੇ, ਪਰ ਆਪਾਂ ਫਿਲਹਾਲ ਫੋਕਸ ਕਰਦੇ ਹਾਂ ਅੰਮ੍ਰਿਤਪਾਲ ਮੋਗੇ ਜ਼ਿਲ੍ਹੇ ਤੇ ਰੋਡੇ ਪਿੰਡ ਤੋਂ, ਜਿਹੜਾ ਇਤਿਹਾਸਕ ਪਿੰਡ ਹੈ, ਜਿਸ ਪਿੰਡ ਨਾਲ ਬਹੁਤ ਕੁਝ ਐਸਾ ਜੁੜਿਆ ਹੋਇਆ ਜਿਹਨੇ ਪੰਜਾਬ ਨੂੰ ਮੁੜ ਕੇ ਪਰਿਭਾਸ਼ਿਤ ਕੀਤਾ, ਇਹਦੀ ਹਿਸਟਰੀ ਨੂੰ ਰੀਰਾਈਟ ਕੀਤਾ ਹੈ, ਇਹਦੀ ਹਿਸਟਰੀ ਦੇ ਵਿੱਚ ਆਪਣਾ ਅਸਰ ਛੱਡਿਆ ਹੈ। ਸੋ ਇੱਕ ਵਾਰੀ ਫਿਰ ਉਸ ਪਿੰਡ ਤੋਂ ਇਹ ਖਬਰ ਹੈ। ਮੈਂ ਇੰਦਰਪ੍ਰੀਤ ਜੀ ਵੱਲ ਜਾਊਂਗਾ ਸਭ ਤੋਂ ਪਹਿਲਾਂ। ਇੰਦਰਪ੍ਰੀਤ ਜੀ, ਅੰਮ੍ਰਿਤਪਾਲ ਦੇ ਫੜੇ ਜਾਣ ਜਾਂ ਸਰੈਂਡਰ ਕਰਨ ਜਾਂ ਪੇਸ਼ ਹੋਣ ਜਾਂ ਫਿਰ ਉਹਦੀ ਕੋਈ ਅਨਾਉਂਸਮੈਂਟ, ਇਹਦੇ ਮਾਨੇ ਵੱਖੋ-ਵੱਖ ਹੋ ਸਕਦੇ ਆ, ਵੱਖ-ਵੱਖ ਮੁਲਾਂਕਣ ਹੋ ਸਕਦੇ ਆ, ਵੱਖ-ਵੱਖ ਸੋਚ ਦੇ, ਜਿੰਨਾ ਕਿਸੇ ਦਾ ਸਮਝ ਦਾ ਦਾਇਰਾ ਮੋਕਲਾ, ਉਹਨੂੰ ਆਪਣੀ ਢੰਗ ਨਾਲ ਇਹਨੂੰ ਜ਼ੁਬਾਨ ਦੇਗਾ। ਲੇਕਿਨ ਮੈਂ ਤੁਹਾਡੇ ਨਜ਼ਰੀਏ ਤੋਂ, ਗਰਾਊਂਡ ਰਿਪੋਰਟ ਦੇ ਨਜ਼ਰੀਏ ਤੋਂ, ਧਰਾਤਲ ਤੇ ਜੋ ਹੋਇਆ ਉਹ ਮੈਂ ਲੈਣਾ ਚਾਹੂੰਗਾ ਕਿ ਉਹ ਰਾਤ ਉੱਥੇ ਆਉਂਦਾ, ਸਵੇਰੇ ਉਹ ਅੰਮ੍ਰਿਤ ਵੇਲੇ ਪਾਠ ਕਰਦਾ ਇਸ਼ਨਾਨ ਕਰਕੇ, ਉਸ ਤੋਂ ਬਾਅਦ ਉਹ ਸੰਗਤ ਨੂੰ ਸੰਬੋਧਿਤ ਹੁੰਦਾ ਤੇ ਬਾਹਰ ਪੁਲਿਸ ਉਹਦੀ ਵੇਟ ਕਰਦੀ ਹੈ, ਜਿਹੜੀ ਬਾਅਦ ਚ ਦਾਅਵਾ ਕਰਦੀ ਹੈ ਕਿ ਅਸੀਂ ਉਹਨੂੰ ਇੱਕ ਅਭਿਆਨ ਤਹਿਤ, ਕੰਪੇਨ ਤਹਿਤ ਫੜ ਲਿਆ। ਇਹ ਜਿਹੜੇ ਆਪਾ ਵਿਰੋਧ ਨੇ, ਇਹ ਟਕਰਾਅ ਹੈ ਵਿਚਾਰ ਦਾ, ਇਹਨੂੰ ਆਪਾਂ ਕਿੱਦਾਂ ਅੱਗੇ ਵਧਾਈਏ? ਇਹ ਖਬਰਾਂ ਕੀ ਨੇ ਸਾਰੀਆਂ? ਰੰਧਾਵਾ ਸਾਹਿਬ, ਬਿਲਕੁਲ ਤੁਸੀਂ ਠੀਕ ਕਿਹਾ ਕਿ ਕੁਝ ਚੀਜ਼ਾਂ ਨਾ ਪਰਸਪਰ ਵਿਰੋਧੀ ਨਜ਼ਰ ਆ ਰਹੀਆਂ ਨੇ। ਕਲੈਰਿਟੀ ਨਹੀਂ ਅਜੇ ਨਜ਼ਰ ਆ ਰਹੀ, ਕਿਉਂਕਿ ਜਿੰਨੀਆਂ ਹਜੇ ਤੱਕ ਖਬਰਾਂ ਛਣ ਕੇ ਆਈਆਂ ਨੇ। ਇੱਕ ਤਾਂ ਪਹਿਲੀ ਗੱਲ ਤਾਂ ਇਹ ਆਪਾਂ ਗੱਲ ਕਰ ਲਈਏ ਕਿ ਉਹਨਾਂ ਨੇ ਜਿਹੜਾ ਹੁਣੇ ਇੱਕ ਜਸਟ 5 ਮਿੰਟ ਪਹਿਲਾਂ, ਆਪਣੇ ਪ੍ਰੋਗਰਾਮ ਸ਼ੁਰੂ ਹੋਣ ਤੋਂ 5 ਮਿੰਟ ਪਹਿਲਾਂ ਹੀ ਇੱਕ ਵੀਡੀਓ 2 ਮਿੰਟ ਦਾ ਆਇਆ ਅੰਮ੍ਰਿਤਪਾਲ ਹੋਰਾਂ ਦਾ, ਜਿਸ 'ਚ ਉਹਨਾਂ ਨੇ ਕਿਹਾ ਕਿ ਜਿਹੜੀ ਸ਼ੁਰੂਆਤ ਉਹਨਾਂ ਨੇ ਇਸੇ ਪਿੰਡ ਤੋਂ, ਇਸੇ ਗੁਰਦੁਆਰੇ ਦੇ ਵਿੱਚ ਕੀਤੀ ਸੀਗੀ, ਅੱਜ ਉੱਥੇ ਹੀ ਇੱਕ ਲੰਬਾ ਆਪਣਾ ਉਹ ਟਾਈਮ ਲਗਾ ਕੇ, ਲੋਕਾਂ ਦੇ ਵਿੱਚ ਵਿਚਰ ਕੇ, ਆਪਣੀ ਗੱਲ ਕਰਕੇ, ਫਿਰ ਜਿਹੜਾ ਮਾਹੌਲ ਸਿਰਜ ਲਿਆ ਗਿਆ ਹੈ ਤੇ ਜਿਸ ਤਰ੍ਹਾਂ ਬੱਚਿਆਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ, ਉਹ ਮੈਨੂੰ ਵਿਚਲਿਤ ਕਰ ਰਹੀ ਹੈ। ਤੇ ਮੈਂ ਉਸੇ ਗੁਰਦੁਆਰੇ ਦੇ ਵਿੱਚ ਅੱਜ ਫਿਰ ਗ੍ਰਿਫਤਾਰੀ ਦੇ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਇਸ ਸਾਰੇ ਮੁਹਿੰਮ ਦਾ ਖਾਤਮਾ ਨਹੀਂ ਹੈ, ਇਹ ਸ਼ੁਰੂਆਤ ਹੈ। ਸੋ ਜਿਸ ਤਰ੍ਹਾਂ ਇਹ ਆਇਆ ਹੈ, ਐਦਾਂ ਲੱਗ ਰਿਹਾ ਕਿ ਜੇ ਪਹਿਲੀ ਜਿਹੜੀ ਖਬਰ ਆਈ ਸੀ, ਸਭ ਤੋਂ ਪਹਿਲੀ ਖਬਰ ਆਈ ਸੀ ਕਿ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਮੋਗੇ ਦੇ ਵਿੱਚੋਂ, ਤਾਂ ਅਸੀਂ ਜਦੋਂ ਆਪਣੇ ਰਿਪੋਰਟਰਸ ਨੂੰ ਕਿਹਾ ਵੀ ਯਾਰ ਚੱਲ ਰਹੀਆਂ ਟੀਵੀ ਦੇ ਉੱਤੇ ਖਬਰਾਂ, ਫਟਾਫਟ ਪਤਾ ਕਰੋ ਕਿ ਕੀ ਹੈ, ਕਿੱਥੇ, ਕਿਵੇਂ ਪਕੜਿਆ ਗਿਆ, ਕਿੱਥੋਂ ਪਕੜਿਆ ਗਿਆ, ਤਾਂ ਉਹ ਕਹਿ ਰਿਹਾ ਕਿ ਯਾਰ ਜਿਹੜੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਨੇ, ਸੀਨੀਅਰ ਪੁਲਿਸ ਅਧਿਕਾਰੀ ਨੇ, ਉਹ ਵੀ ਇਸ ਗੱਲ ਤੇ ਹੈਰਾਨੀ ਜਤਾਈ ਜਾ ਰਿਹਾ ਵੀ ਯਾਰ ਸਾਡੇ ਮੋਗੇ 'ਚ ਏਦਾਂ ਹੋ ਗਿਆ, ਸਾਨੂੰ ਤਾਂ ਪਤਾ ਨਹੀਂ ਚੱਲਿਆ। ਇਟ ਮੀਨਸ ਕਿ ਇਹਦੇ ਉੱਤੇ ਕੁਝ
ਕੁਝ ਹੋਰ ਏਜੰਸੀਆਂ ਵੀ ਕੰਮ ਕਰ ਰਹੀਆਂ ਸੀਗੀਆਂ, ਉਹਨਾਂ ਰਾਹੀਂ ਗ੍ਰਿਫਤਾਰੀ ਕਰਵਾਈ ਗਈ ਹੈ। ਜਾਂ ਇੱਕ ਸਵਾਲ ਹੋਰ ਵੀ ਹੈ, ਜਿਹੜਾ ਪੁਲਿਸ ਬਹੁਤ ਲੰਬੇ ਸਮੇਂ ਤੋਂ ਇਹ ਕਹਿ ਰਹੀ ਹੈ ਕਿ ਚੱਪੇ ਚੱਪੇ ਦੇ ਉੱਤੇ ਅਸੀਂ ਮਤਲਬ ਸਿਕਿਉਰਿਟੀ ਲਗਾਈ ਹੋਈ ਹੈ, ਸਾਰੇ ਰਸਤੇ ਸੀਲ ਕੀਤੇ ਹੋਏ ਨੇ, ਪਰ ਨਾਲ ਦੀ ਨਾਲ ਇਦਾਂ ਦੀਆਂ ਗੱਲਾਂ ਚੱਲੀ ਜਾਂਦੀਆਂ ਨੇ ਵੀ ਕਦੀ ਉਹ ਕੁਰਸ਼ੇਤਰ ਚਲਾ ਜਾਂਦਾ, ਫਿਰ ਉਹ ਪੀਲੀਪੀ ਚਲਾ ਜਾਂਦਾ, ਫਿਰ ਵਾਪਿਸ ਆ ਜਾਂਦਾ ਹੁਸ਼ਿਆਰਪੁਰ ਤੋਂ ਹੁਣ ਮੋਗਾ ਚ ਉਹਦੀ ਗ੍ਰਿਫਤਾਰੀ ਦਿਖਾਤੀ ਗਈ ਹੈ। ਇਹਦਾ ਮਤਲਬ ਉਹ ਈਜ਼ੀਲੀ ਮਤਲਬ ਘੁੰਮ ਫਿਰ ਰਿਹਾ, ਮਤਲਬ ਕੋਈ ਇਹਨੂੰ ਉਹ ਨਹੀਂ ਲੱਗ ਰਹੀ। ਇਹ ਵੀ ਅਨਉੱਤਰਿਤ ਸਵਾਲ ਨੇ ਵੀ ਇਸ ਤੇ ਫਿਰ ਤੁਸੀਂ ਕੀ ਕਰ ਰਹੇ ਹੋ। ਤੀਸਰਾ ਸਵਾਲ ਇਹਦੇ ਵਿੱਚ ਇਹ ਵੀ ਜਿਹੜਾ ਆ ਰਿਹਾ ਹੈਗਾ ਕਿ ਇਹ ਗ੍ਰਿਫਤਾਰੀ ਅੱਜ ਹੋਈ ਹੈ ਜਾਂ ਪੁਲਿਸ ਕੋਲੇ ਪਹਿਲਾਂ ਹੀ ਸੀ, ਇੱਥੇ ਪਲਾਂਟ ਕਰਕੇ ਫਿਰ ਨਵੇਂ ਸਿਰੇ ਤੋਂ ਇੱਥੇ ਦਿੱਤਾ ਗਿਆ। ਹੁਣ ਚੱਲ ਰਹੀ ਹੈ ਕਿ ਉਹਨਾਂ ਨੂੰ ਉਥੋਂ ਮੋਗੇ ਤੋਂ ਡਿਬਰੂਗੜ੍ਹ ਲੈ ਕੇ ਜਾਣ ਵਾਸਤੇ ਬਠਿੰਡਾ ਲਿਜਾਇਆ ਜਾ ਰਿਹਾ ਹੈ, ਜਿੱਥੋਂ ਉੱਥੇ ਉਹਨਾਂ ਨੂੰ ਡਿਬਰੂਗੜ੍ਹ ਭੇਜਿਆ ਜਾਏਗਾ। ਪੰਜਾਬ ਪੁਲਿਸ ਨੇ ਵੀ ਆਪਣੇ ਹੁਣੀ ਇੱਕ ਟਵੀਟ ਕਰਕੇ ਇਹ ਇੰਨੀ ਕੁ ਜਾਣਕਾਰੀ ਦਿੱਤੀ ਹੈ ਕਿ ਜੀ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ ਮੋਗੇ ਤੋਂ, ਰੋਡੇ ਪਿੰਡ ਤੋਂ, ਤੇ ਇਹਦੇ ਹੋਰ ਵੇਰਵੇ ਜਲਦੀ ਦਿੱਤੇ ਜਾਣਗੇ। ਹਜੇ ਕਾਫੀ ਕੁਝ ਆਣਾ ਬਾਕੀ ਹੈ ਬਹੁਤ, ਕਿਉਂਕਿ ਮੈਂ ਪਹਿਲਾਂ ਵੀ ਬਾਰ-ਬਾਰ ਇਹ ਕਹਿੰਦਾ ਰਿਹਾ ਇਸ 'ਚ ਕਿ ਜਦ ਤੱਕ ਕੋਈ ਵੱਡਾ ਸੀਨੀਅਰ ਅਧਿਕਾਰੀ ਇਹਨਾਂ ਸਾਰੀਆਂ ਗੱਲਾਂ ਦਾ ਉੱਤਰ ਨਹੀਂ ਦਿੰਦਾ ਤਾਂ ਤੱਕ ਇਹ ਚੀਜ਼ਾਂ ਫਿਰ ਉਸ ਤਰ੍ਹਾਂ ਹੀ ਰਹਿਣੀਆਂ ਵੀ ਜਿੰਨੇ ਮੂੰਹ ਓਨੀਆਂ ਗੱਲਾਂ। ਤਾਂ ਫਿਰ ਜਿਹੜੇ ਬੰਦਿਆਂ ਕੋਲ ਜਿਸ ਸੋਰਸ ਤੋਂ ਜੋ ਚੀਜ਼ ਸਾਹਮਣੇ ਆਉਂਦੀ ਹੈ ਉਹ ਉਸੇ ਚੀਜ਼ ਨੂੰ ਹੀ ਅੱਗੇ ਵਧਾਉਂਦੇ ਰਹਿੰਦੇ ਆ। ਸੋ ਮੇਰਾ ਖਿਆਲ ਹੈ ਕਿ ਅੱਜ ਤਾਂ ਮੌਕਾ ਹੈਗਾ ਡੀਜੀਪੀ ਸਾਹਿਬ ਕੋਲੇ, ਤੇ ਉਹਨਾਂ ਨੂੰ ਇਸ ਤੇ ਬੋਲਣਾ ਚਾਹੀਦਾ, ਇੱਕ ਵੱਡੀ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ, ਜੀ ਚਾਹੇ ਉਹ ਸ਼ਾਮ ਤੱਕ ਕਰ ਲੈਣ, ਸਾਰੀਆਂ ਚੀਜ਼ਾਂ ਪਤਾ ਕਰਕੇ ਕਰ ਲੈਣ, ਸ਼ਾਮ ਤੱਕ ਕਰ ਲੈਣ, ਪਰ ਕੋਈ ਇਹ ਜਿਹਾ ਸਵਾਲ ਅਨਉੱਤਰਿਤ ਨਾ ਰਹੇ ਫਿਰ। ਕਿਉਂਕਿ ਇੱਕ ਬੜੇ ਇੰਟਰਸਟਿੰਗ ਫੈਕਟ ਇਹਦੇ 'ਚ ਹੋਰ ਹੈ ਰੰਧਾਵਾ ਸਾਹਿਬ, ਉਹ ਅਗਰ ਤੁਸੀਂ ਦੇਖਿਆ ਹੋਣਾ, ਕੱਲ ਹੀ ਬੈਂਗਲੌਰ ਦੇ ਵਿੱਚ ਅਮਿਤ ਸ਼ਾਹ ਹੋਰਾਂ ਦਾ ਇੱਕ ਬਿਆਨ ਆਉਂਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਖਾਲਿਸਤਾਨ ਦੀ ਉਹ ਨਹੀਂ ਚੱਲ ਰਹੀ, ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਹੈ। ਇਹ ਦੋਨੋਂ ਬਿਆਨ ਬੜੇ ਇੰਟਰਸਟਿੰਗ ਵੀ ਨੇ, ਤੇ ਰਾਜਨੀਤੀ ਦੇ ਵਿੱਚ ਇਹਨਾਂ ਨੇ ਬੜੀ ਉਥਲ-ਪੁਥਲ ਵੀ ਕਰਤੀ ਹੈ ਇੱਕਦਮ ਹੀ, ਕਿ ਇੱਕ ਅਮਿਤ ਸ਼ਾਹ ਵਰਗਾ ਬੰਦਾ ਪੰਜਾਬ ਸਰਕਾਰ ਦੀ ਇਸ ਗੱਲ ਦੇ ਉੱਤੇ ਬੜੀ ਪਿੱਠ ਥਪਥਪਾ ਰਿਹਾ। ਸੋ ਅਗਲੇ ਦਿਨ ਹੀ ਸਵੇਰੇ 4 ਵਜੇ ਉਹਦੀ ਗ੍ਰਿਫਤਾਰੀ ਹੋ ਰਹੀ ਹੈ। ਕਿ ਇਸ ਬਿਆਨ ਦਾ ਔਰ ਇਹਦਾ ਕੋਈ ਆਪਸੀ ਲਿੰਕ ਹੈ? ਇਹ ਸਾਰੀਆਂ ਚੀਜ਼ਾਂ ਵੀ ਬਹੁਤ ਅਹਿਮ ਨੇ ਜਿਸ ਦੇ ਉੱਤੇ ਗੱਲ ਕਰਨੀ ਬਣਦੀ ਹੈ। ਸੋ ਮੈਨੂੰ ਲੱਗਦਾ ਕਿ ਹੋ ਸਕਦਾ ਹੈ ਸ਼ਾਮ ਤੱਕ ਸੀਨੀਅਰ ਪੁਲਿਸ ਅਧਿਕਾਰੀ ਚਾਹੇ ਡਾਕਟਰ ਸੁਖਚੈਨ ਸਿੰਘ ਗਿੱਲ ਕਰਨ, ਚਾਹੇ ਡੀਜੀਪੀ ਸਾਹਿਬ ਕਰਨ, ਪਰ ਮੈਨੂੰ ਇਹ ਲੱਗਦਾ ਕਿ ਅੱਜ ਡੀਜੀਪੀ ਤੋਂ ਘੱਟ ਕਿਸੇ ਅਫਸਰ ਨੂੰ ਇਸ ਤੇ ਗੱਲ ਨਹੀਂ ਕਰਨੀ ਚਾਹੀਦੀ। ਡੀਜੀਪੀ ਸਾਹਿਬ ਨੂੰ ਖੁਦ ਸਾਹਮਣੇ ਆ ਕੇ ਸਾਰੀਆਂ ਗੱਲਾਂ ਸਪਸ਼ਟ ਕਰਨੀਆਂ ਚਾਹੀਦੀਆਂ ਨੇ ਕਿ ਕਿਵੇਂ ਫੜਿਆ, ਕਿੱਥੋਂ ਫੜਿਆ, ਤੇ ਹੁਣ ਉਹਨੂੰ ਕਿੱਥੇ ਲੈ ਕੇ ਜਾਇਆ ਜਾ ਰਿਹਾ। ਡੀਜੀਪੀ ਸਾਹਿਬ ਤਲਵੰਡੀ ਸਾਬੋ ਦੇ ਵਿੱਚ ਚੰਦ ਰੋਜ਼ ਪਹਿਲਾਂ ਇਹ ਕਹਿ ਰਹੇ ਸੀਗੇ ਕਿ ਪਰਿੰਦਾ ਪਰ ਨਹੀਂ ਮਾਰਨ ਦਿਆਂਗੇ, ਪਰਿੰਦੇ ਨੂੰ ਪਰ ਨਹੀਂ ਮਾਰਨ ਦਿਆਂਗੇ। ਦਰਅਸਲ ਜਿਹੜਾ ਤੁਸੀਂ ਪਹਿਲਾ ਸਵਾਲ ਉਠਾਇਆ ਕਿ ਲੋਕ ਇਹ ਗੱਲ ਪੁੱਛਦੇ ਆ ਜਾਂ ਲੋਕਾਂ 'ਚ ਇਹ ਗੱਲ ਹੈ ਕਿ ਕੀ ਉਹਨੂੰ ਪਹਿਲਾਂ ਤੋਂ ਗ੍ਰਿਫਤਾਰ ਕੀਤਾ ਸੀ ਔਰ ਉਹਨੂੰ ਹੁਣ ਦਿਖਾਇਆ ਗਿਆ। ਫਿਰ ਜੇ ਇੰਜ ਇਸ ਗੱਲ ਨੂੰ ਇੰਜ ਐਡਰੈਸ ਕਰ ਲਈਏ ਜਿਵੇਂ ਤੁਸੀਂ ਕਹਿ ਰਹੇ ਹੋ ਲੋਕਾਂ ਦੇ ਨਜ਼ਰੀਏ ਤੋਂ, ਤਾਂ ਫਿਰ ਇਹ ਸਵਾਲ ਉੱਠਦਾ ਹੈ ਕਿ ਕੀ ਪੁਲਿਸ ਨੇ ਜੇ ਫੜ ਕੇ ਇਸ ਤਰੀਕੇ ਨਾਲ ਹੀ ਪੇਸ਼ ਕੀਤਾ ਹੈ ਤਾਂ ਕੀ ਅੰਮ੍ਰਿਤਪਾਲ ਉਹਨਾਂ ਦੇ ਨਾਲ ਸ਼ਾਮਲ ਹੈ ਇਸ ਗੱਲ ਦੇ ਵਿੱਚ? ਕਿ ਅੰਮ੍ਰਿਤਪਾਲ ਜਿਸ ਤਰੀਕੇ ਨਾਲ ਆਪਣੀ ਗੱਲ ਕਹਿ ਰਿਹਾ, ਫਿਰ ਇਹਦੇ ਅੱਗੇ ਸਵਾਲ ਉੱਠੂਗਾ ਕਿ ਕੀ ਇਹ ਕੋਈ ਡਿਜ਼ਾਈਨ ਆ? ਅਸੀਂ ਨਹੀਂ ਕਹਿ ਰਹੇ ਕਿ ਇਹ ਕੋਈ ਡਿਜ਼ਾਈਨ ਆ ਜਾਂ ਕਿਹਦਾ ਡਿਜ਼ਾਈਨ, ਲੇਕਿਨ ਜਿਹੜੀਆਂ ਇਹ ਚੀਜ਼ਾਂ ਨੇ ਇਵੇਂ ਅੱਗੇ ਵਧਦੀਆਂ। ਇਹਦੇ 'ਚ ਦੋ ਸਵਾਲ ਹੋਰ ਆਉਂਦੇ। ਇੱਕ ਸਵਾਲ ਇਹ ਆ ਕਿ ਜਦੋਂ ਅੰਮ੍ਰਿਤਪਾਲ ਦੇ ਚਾਚਾ ਨੇ ਗ੍ਰਿਫਤਾਰੀ ਦਿੱਤੀ ਸੀ ਉਦੋਂ ਵੀ ਉਹ ਪਹਿਲਾਂ ਮੀਡੀਆ ਨੂੰ ਇੰਟਰਵਿਊ ਲੰਬੀਆਂ ਚੌੜੀਆਂ ਦੇ ਕੇ ਤੇ ਫਿਰ ਉੱਥੇ ਪੁਲਿਸ ਪਹੁੰਚਦੀ। ਹੁਣ ਪੁਲਿਸ ਤੋਂ ਪਹਿਲਾਂ ਜੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਤੇ ਮੀਡੀਆ ਤੋਂ ਪਹਿਲਾਂ ਪੁਲਿਸ ਕਿਉਂ ਨਹੀਂ ਪਹੁੰਚੀ? ਕਿਉਂਕਿ ਪੁਲਿਸ ਲਈ ਤਾਂ ਇਹ ਬੜਾ ਵੱਡਾ ਟਾਸਕ ਹੋਊਗਾ ਉਹਨਾਂ ਦਿਨਾਂ 'ਚ। ਕਿੰਨੀ ਪੁਲਿਸ ਦੀ ਆਪਣੀ ਪਰੇਸ਼ਾਨੀ ਵਧੀ ਹੋਈ ਸੀਗੀ। ਫਿਰ ਜਦੋਂ ਸਾਰੀਆਂ ਇੰਟਰਵਿਊਜ਼ ਹੋ ਜਾਂਦੀਆਂ, ਸਾਰਾ ਕੁਝ ਹੋ ਜਾਂਦਾ ਹੈ, ਉਹ ਫਿਰ ਇੰਨੇ ਜ਼ਿਆਦਾ ਤਾਮ-ਝਾਮ, ਮਤਲਬ ਇੰਨੇ ਟੀਵੀ ਚੈਨਲ, ਉਹਨਾਂ ਦੇ ਕੈਮਰੇ ਪਹੁੰਚਦੇ ਆ, ਪੂਰਾ ਸਿਸਟਮ ਹੁੰਦਾ, ਉਦੋਂ ਵੀ ਲੋਕ ਸਵਾਲ ਉਠਾਉਂਦੇ ਆ। ਫਿਰ ਆਪਣੇ ਕਿਉਂਕਿ ਪੰਜਾਬੀ ਇੱਕ ਖਬਰ ਤੋਂ ਦੂਜੀ ਖਬਰ ਤੱਕ ਸ਼ਿਫਟ ਹੁੰਦੇ ਆ, ਫਿਰ ਉਹ ਤੁਹਾਨੂੰ ਪਤਾ ਹੀ ਹੈ ਕਿ ਪਿਛਲੀ ਗੱਲ ਭੁੱਲ ਭੁਲਾ ਜਾਂਦੀ। ਸਵਾਲਾਂ 'ਚ ਨਹੀਂ ਜ਼ਿਆਦਾ ਸਾਡੇ ਲੋਕ ਖੁੱਬਦੇ। ਦੂਜੀ ਗੱਲ ਇਹ ਆ ਕਿ ਜਦੋਂ ਪੱਪਲਪ੍ਰੀਤ ਨੂੰ ਫੜਿਆ ਜਾਂਦਾ, ਪੱਪਲਪ੍ਰੀਤ ਜਦੋਂ ਡਿਬਰੂਗੜ੍ਹ ਲਿਜਾਇਆ ਜਾਂਦਾ ਤੇ ਉਹਨੂੰ ਮੀਡੀਆ ਨਾਲ ਇੱਕ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਕਿਉਂਕਿ ਦੂਜੇ ਬੰਦੇ ਨੂੰ ਤਾਂ ਕਿਸੇ ਨੂੰ ਕੋਈ
ਜਿੰਨੇ ਵੀ ਹਿਮਾਤੜ ਫੜੇ ਗਏ ਸੀ, ਤੁਹਾਨੂੰ ਯਾਦ ਹੋਣਾ ਪ੍ਰਧਾਨ ਮੰਤਰੀ ਬਾਜੇਕੇ ਵਰਗੇ, ਜੇ ਕਦੇ ਉਹਦੀਆਂ ਪੁਰਾਣੀਆਂ ਵੀਡੀਓ ਆਪਣੇ ਬੱਚੇ ਨੂੰ ਉਹ ਹਨਾ ਰੋਟੀ ਪਾਣੀ ਖਵਾਉਂਦੇ ਆ ਇਹ ਵੇਖਦੇ ਹੋ, ਤੇ ਫਿਰ ਤੁਸੀਂ ਕਹਿ ਨਹੀਂ ਸਕਦੇ ਵੀ ਜੇ ਸਟੇਟ ਨੂੰ ਖਤਰਾ ਇਹੋ ਜਿਹੇ ਬੰਦਿਆਂ ਤੋਂ ਆ ਤੇ ਫਿਰ ਇਸ ਸਟੇਟ ਨੂੰ ਬਹੁਤੇ ਹੀ ਖਤਰੇ 'ਚ ਮੰਨ ਲਓ ਤੁਸੀਂ। ਦੂਜਾ ਸਵਾਲ ਇਹ ਹੈ ਕਿ ਹਿਮਾਤੜ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਇਹਦਾ ਮਤਲਬ, ਉਹਨਾਂ ਨੂੰ ਬਿਲਕੁਲ ਪਰਦਿਆਂ ਵਾਲੀਆਂ ਗੱਡੀਆਂ ਦੇ ਵਿੱਚ ਜੇਲ੍ਹ ਦੇ ਅੰਦਰ ਸਿੱਧਾ ਲਿਜਾਇਆ ਜਾਂਦਾ, ਔਰ ਈਵਨ ਦਿਬੜੂਗੜ੍ਹ ਦੇ ਭਾਈਚਾਰਾ ਜਿਹੜਾ ਪ੍ਰੈਸ ਦਾ, ਉਹਨੂੰ ਵੀ ਉਹਦੇ ਨਾਲ ਲਾਗੇ ਨਹੀਂ ਜਾਣ ਦਿੱਤਾ ਜਾਂਦਾ, ਔਰ ਜਿਹੜੇ ਡੀਐਸਪੀ ਸੀ ਤੁਹਾਨੂੰ ਯਾਦ ਹੋਣਾ ਉਹ ਵੀ ਬਚਦੇ ਜਾ ਰਹੇ ਸੀਗੇ। ਲੇਕਿਨ ਇੱਥੇ ਇਹਨਾਂ ਮਾਮਲਿਆਂ 'ਚ ਐਸਾ ਕੁਝ ਨਹੀਂ ਹੈ। ਮਾਰਚ 18 ਜਦ ਆਪਰੇਸ਼ਨ ਅੰਮ੍ਰਿਤਪਾਲ ਸ਼ੁਰੂ ਹੋਇਆ ਸੀਗਾ, ਉਸ ਟਾਈਮ ਵੀ ਇਹ ਸਵਾਲ ਉੱਠਿਆ ਸੀ ਜਿਨ੍ਹਾਂ ਸਵਾਲਾਂ ਦਾ ਜ਼ਿਕਰ ਤੁਸੀਂ ਹੁਣੇ ਵੀ ਕਰ ਰਹੇ ਹੋ ਕਿ ਅਗਰ ਇਹ ਸਭ ਕੁਝ ਸਕ੍ਰਿਪਟ ਸੀ ਜਾਂ ਸਕ੍ਰਿਪਟਡ ਸੀਗੇ ਤੇ ਕਿੰਨੇ ਲਿਖੀ ਸੀਗੀ। ਸੈਪਟੈਂਬਰ 2022 ਅੰਮ੍ਰਿਤਪਾਲ ਦੀ ਐਂਟਰੀ, ਉਸ ਤੋਂ ਬਾਅਦ ਉਹਦੀ ਤਾਜਪੋਸ਼ੀ ਕਹਿ ਲਓ ਜਾਂ ਦਸਤਾਰਬੰਦੀ ਕਹਿ ਲਓ, ਵਾਰਿਸ ਪੰਜਾਬ ਦੇ ਮੁਖੀ ਉਹਨਾਂ ਨੂੰ ਬਣਾਇਆ ਜਾਂਦਾ ਹੈ। ਤਦ ਤੱਕ ਪੰਜਾਬੀਆਂ ਦੇ ਮਨਾਂ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਇੱਕ ਸਵਾਲ ਸੀਗਾ, ਅੰਮ੍ਰਿਤਪਾਲ ਹੈ ਕੌਣ। ਉਸ ਤੋਂ ਬਾਅਦ ਅੰਮ੍ਰਿਤਪਾਲ ਭਾਵੇਂ ਲਤੀਫਪੁਰਾ ਵਾਲੇ ਮਾਮਲੇ 'ਚ ਹੋਏ ਜਾਂ ਫਿਰ ਜਲੰਧਰ ਦੇ ਗੁਰਦੁਆਰੇ ਦੇ ਵਿੱਚ ਉਹ ਇਨਸੀਡੈਂਟ ਹੋਏ, ਔਰ ਫਿਰ 23 ਫਰਵਰੀ ਅਜਨਾਲਾ ਇਨਸੀਡੈਂਟ। ਤੁਸੀਂ ਇਹ ਦੇਖੋ ਕਿ ਕਈ ਵਾਰ ਕਿਸੇ ਵਿਅਕਤੀ ਨੂੰ ਕਿਸੇ ਚੀਜ਼ ਵਾਸਤੇ ਪ੍ਰਵੋਕ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਉਹਨੂੰ ਇੱਕ ਛੁੱਟ ਦਿੱਤੀ ਜਾਂਦੀ ਹੈ, ਲੂਜ਼ ਰੋਪ ਦਿੱਤੀ ਜਾਂਦੀ ਹੈ ਕਿ ਭੱਜ। ਮਾਰਚ 18 ਨੂੰ ਜਿਸ ਦਿਨ ਇਹ ਆਪਰੇਸ਼ਨ ਅੰਮ੍ਰਿਤਪਾਲ ਚਲਾਇਆ ਗਿਆ ਸੀ, ਉਸ ਦਿਨ ਵੀ ਇਹ ਸਵਾਲ ਖੜਾ ਹੋਇਆ ਸੀਗਾ ਜੀ ਅੰਮ੍ਰਿਤਪਾਲ ਨੂੰ ਫੜਨਾ ਹੀ ਸੀਗਾ ਤੇ ਉਹਦੇ ਘਰੋਂ ਜਦੋਂ ਘਰੋਂ ਤੁਰਿਆ ਸੀਗਾ ਸਵੇਰੇ ਤਦ ਵੀ ਫੜਿਆ ਜਾ ਸਕਦਾ ਸੀ। ਔਰ ਅੰਮ੍ਰਿਤਸਰ ਤੋਂ ਲੈ ਕੇ ਮਹਿਤਪੁਰ ਤੱਕ ਉਹਨੂੰ ਭੱਜਿਆ ਹੀ ਦਿਖਾਇਆ। ਉਸ ਤੋਂ ਬਾਅਦ ਕਿੱਥੇ ਭੱਜ ਗਿਆ ਪਤਾ ਨਹੀਂ। ਫਿਰ ਕਈ ਗੁਰਦੁਆਰਿਆਂ ਦਾ ਜ਼ਿਕਰ ਹੋਇਆ, ਕੁਰੂਕਸ਼ੇਤਰ ਦਾ ਜ਼ਿਕਰ ਹੋਇਆ, ਪਿਲੀਭੀਤ ਦਾ ਜ਼ਿਕਰ ਹੋਇਆ, ਫਿਰ ਹੁਸ਼ਿਆਰਪੁਰ ਦਾ ਜ਼ਿਕਰ ਹੋਇਆ, ਫਿਰ ਕਥੂ ਨੰਗਲ ਦਾ ਜ਼ਿਕਰ ਹੋਇਆ ਜਿੱਥੋਂ ਫੜਿਆ ਜਾਂਦਾ ਹੈ ਪਪਲਪ੍ਰੀਤ ਦੇ ਫੜੇ ਜਾਣ ਦੇ ਉੱਤੇ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਉਹਨੂੰ ਮੀਡੀਆ ਨਾਲ ਇੱਕ ਗੱਲ ਕਰਨ ਦਾ ਮੌਕਾ ਵੀ ਦਿੰਦੇ ਆ। ਨੋਰਮਲੀ ਏਦਾਂ ਦੇ ਵਿਅਕਤੀ ਨੂੰ, ਜਿੱਦਾਂ ਤੁਸੀਂ ਪਹਿਲੇ ਵੀ ਕਹਿ ਚੁੱਕੇ ਹੋ ਕਿ ਬਾਜਕੇ ਵਾਲੇ ਵਰਗਾ ਵਿਅਕਤੀ ਨੂੰ ਵੀ ਕਿਸੇ ਨਾਲ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਔਰ ਪਪਲਪ੍ਰੀਤ ਜਿਹਨੂੰ ਮਾਸਟਰਮਾਈਂਡ ਵੀ ਕਿਹਾ ਜਾਂਦਾ ਸੀ, ਉਹਦੀ ਮੀਡੀਆ ਨਾਲ ਗੱਲ ਕਰਾਈ ਜਾਂਦੀ ਹੈ। ਉਹ ਕਹਿੰਦੀ ਹੈ ਜੇ ਪੁਲਿਸ ਕਹਿੰਦੀ ਹੈ ਮੈਂ ਕੱਲ ਫੜਿਆ ਤੇ ਸਮਝ ਲਓ ਮੈਂ ਕੱਲ ਹੀ ਫੜਿਆ, ਠੀਕ ਹੀ ਕਹਿੰਦੀ ਹੈ ਪੁਲਿਸ। ਹੁਣ ਅੱਜ ਦੇ ਇਨਸੀਡੈਂਟ ਦੇ ਉੱਤੇ ਆਉਂਦੇ ਆ। ਜੇ ਅੰਮ੍ਰਿਤਪਾਲ ਨੂੰ ਫੜਨ ਵਾਸਤੇ ਪੁਲਿਸ ਨੇ ਘੇਰਾਬੰਦੀ ਕੀਤੀ ਹੁੰਦੀ ਤੇ ਇਸ ਪੂਰੇ ਆਪਰੇਸ਼ਨ ਦੀ ਗੱਲ ਕੱਲ ਰਾਤ ਤੋਂ ਹੀ ਚਲੀ ਜਾਣੀ ਸੀ, ਕਿਉਂਕਿ ਸਵੇਰੇ 7 ਵਜੇ ਕਥਿਤ ਤੌਰ ਤੇ ਅੰਮ੍ਰਿਤਪਾਲ ਨੂੰ ਫੜਿਆ। ਔਰ ਜਸਬੀਰ ਸਿੰਘ ਰੋਡੇ ਉਹਨਾਂ ਦਾ ਇਹ ਕਹਿਣਾ ਕਿ ਰਾਤ ਨੂੰ ਹੀ ਅਸੀਂ ਪੁਲਿਸ ਨੂੰ ਦੱਸਤਾ ਸੀਗਾ ਕਿ ਅੰਮ੍ਰਿਤਪਾਲ ਉਹਨਾਂ ਸਵੇਰੇ ਸਰੈਂਡਰ ਕਰਨਗੇ। 7 ਵਜੇ ਉਹ ਸੰਗਤ ਨੂੰ ਸੰਬੋਧਿਤ ਕਰਦੇ ਨੇ ਔਰ ਉਸ ਤੋਂ ਬਾਅਦ ਉੱਥੇ ਇੰਟੈਲੀਜੈਂਸ ਦੇ ਆਈਜੀ ਉਹ ਪਹੁੰਚਦੇ ਨੇ ਔਰ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਸਤਿੰਦਰ ਨਾਲ ਪਹੁੰਚਦੇ ਨੇ। ਔਰ ਕਥੂ ਨੰਗਲ ਤੋਂ ਜਦ ਪਪਲਪ੍ਰੀਤ ਦੀ ਗ੍ਰਿਫਤਾਰੀ ਹੁੰਦੀ ਹੈ, ਉਸ ਟਾਈਮ ਵੀ ਸਤਿੰਦਰਜੀਤ ਸਿੰਘ ਉਹਨਾਂ ਕਥੂ ਨੰਗਲ ਉਹਨਾਂ ਦੇ ਏਰੀਆ ਦੇ ਵਿੱਚ ਆਉਂਦਾ ਹੈ, ਪਰ ਇਹ ਸਾਰਾ ਕੁਝ ਵਾਪਰਦਾ ਉੱਥੇ ਹੀ ਹੈ। ਔਰ ਮੋਗਾ ਦੀ ਪੁਲਿਸ ਨੂੰ ਵੀ ਇਹ ਨਹੀਂ ਪਤਾ ਹੁੰਦਾ ਕਿ ਅੰਮ੍ਰਿਤਪਾਲ ਇੱਥੇ ਅੱਜ ਫੜਿਆ ਜਾਣਾ ਹੈ ਜਾਂ ਫੜਿਆ ਗਿਆ। ਇਹ ਸਾਰੀ ਘਟਨਾ ਤੋਂ ਤੁਸੀਂ ਇਹ ਮੰਨ ਕੇ ਚੱਲੋ ਕਿ ਜਿਹੜੀ ਸਕ੍ਰਿਪਟ ਲਿਖੀ ਹੋਈ ਹੈ ਉਹ ਸਕ੍ਰਿਪਟ ਤੇ ਹੈ ਕਿ ਉਹ ਅੰਮ੍ਰਿਤਪਾਲ ਜਿਹਦੇ ਵਾਸਤੇ ਪੂਰੀ ਪੰਜਾਬ ਪੁਲਿਸ ਔਰ ਪਿਲੀਭੀਤ ਤੋਂ ਲੈ ਕੇ ਨੇਪਾਲ ਬਾਰਡਰ ਤੋਂ ਲੈ ਕੇ ਪਤਾ ਨਹੀਂ ਕਿੱਥੇ ਕਿੱਥੇ ਪੁਲਿਸ ਦੀ ਤੈਨਾਤੀ ਦੀ ਗੱਲ ਕੀਤੀ ਜਾ ਰਹੀ ਸੀ, ਉਹ ਫੜਿਆ ਜਾਂਦਾ ਉੱਥੋਂ ਜਿੱਥੋਂ ਉਹ ਵੱਡਾ ਹੋਇਆ ਸੀ, ਉਸ ਜਗ੍ਹਾ ਤੋਂ ਹੀ ਵੱਡਾ ਹੋਇਆ ਸੀ। ਮਤਲਬ ਵਾਰਿਸ ਪੰਜਾਬ ਦੇ ਦਸਤਾਰਬੰਦੀ ਉਹਦੀ ਉੱਥੇ ਹੀ ਹੋਈ ਸੀ ਜਦ ਉਹਨੂੰ ਮੁਖੀ ਬਣਾਇਆ ਸੀ, ਤੇ ਉੱਥੇ ਜਾ ਕੇ ਫੜਿਆ ਜਾਂਦਾ। ਸਰੈਂਡਰ ਹੈਗਾ, ਪੁਲਿਸ ਨੂੰ ਅਰੈਸਟ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਪੁਲਿਸ ਕਿੰਨੀ ਕੁ ਕਾਮਯਾਬ ਹੁੰਦੀ ਹੈ ਇਹਨੂੰ ਅਰੈਸਟ ਦਿਖਾਉਣ ਦੀ ਕੋਸ਼ਿਸ਼, ਆਪਰੇਸ਼ਨ ਚਲਾ ਕੇ ਅਰੈਸਟ ਦਿਖਾਉਣ ਦੀ ਕੋਸ਼ਿਸ਼, ਲੱਗਦਾ ਨਹੀਂ ਕਿ ਲੋਕ ਇਸ ਗੱਲ ਨੂੰ ਕੋਈ ਛੇਤੀ ਐਕਸੈਪਟ ਕਰਨਗੇ। ਹੁਣ ਜਸਬੀਰ ਸਿੰਘ ਰੋਡੇ ਉਹਨਾਂ ਨੇ ਮੀਡੀਆ ਨਾਲ ਪਹਿਲੀ ਗੱਲ ਕੀਤੀ ਹੈ, ਮੈਨੂੰ ਲੱਗਦਾ ਕਿ ਇਹ ਕੋਈ ਆਪਸ ਵਿੱਚ ਇੱਕ ਤਰੀਕੇ ਨਾਲ ਗੱਲਬਾਤ ਹੋਈ ਹੋਏਗੀ। ਅੰਮ੍ਰਿਤਪਾਲ ਕਿਸ ਤਰੀਕੇ ਨਾਲ ਸਰੈਂਡਰ ਕਰੇਗਾ ਔਰ ਪੁਲਿਸ ਦਾ ਉਹਦੇ ਉੱਤੇ ਕੀ ਰੁਖ ਹੋਏਗਾ, ਲੋਕ ਕਿਸ ਤਰੀਕੇ ਨਾਲ ਇਸ ਗੱਲ ਨੂੰ ਲੈਣਗੇ, ਇਹਦੀ ਵੀ ਇੱਕ ਯੋਜਨਾ ਤਿਆਰ ਜ਼ਰੂਰ ਕੀਤੀ ਗਈ ਹੋਗੀ। ਪਰ ਫਿਲਹਾਲ ਅੰਮ੍ਰਿਤਪਾਲ ਫੜ ਗਿਆ। ਹੁਣ ਥੋੜੀ ਦੇਰ ਤੱਕ ਉਹਨੂੰ ਡਿਬਰੂਗੜ੍ਹ ਲੈ ਕੇ ਜਾਇਆ ਜਾ ਰਿਹਾ, ਜਿੱਥੇ ਉਹਨਾਂ ਦੇ 9 ਸਾਥੀ ਆਲਰੇਡੀ ਹੈਗੇ ਨੇ। ਹੁਣ ਡਿਬਰੂਗੜ੍ਹ ਜਾਣ ਤੋਂ ਬਾਅਦ ਅੱਗੇ ਚੱਲ ਕੇ ਪੁਲਿਸ ਕਿੱਦਾਂ ਦੇ ਔਰ ਕਿਸ ਤਰੀਕੇ ਨਾਲ ਉਹਨਾਂ ਫਾਇਰਿੰਗ ਰੇਂਜ ਦੀ ਜਾਂ ਉਹ ਜੋ ਤਮਾਮ ਇਲਜ਼ਾਮ ਅੰਮ੍ਰਿਤਪਾਲ ਜਾਂ ਅੰਮ੍ਰਿਤਪਾਲ ਦੇ ਸਪੋਰਟਰ ਦੇ ਉੱਤੇ ਲਾਏ ਸੀ, ਉਹਨੂੰ ਜਸਟੀਫਾਈ ਕਿੱਦਾਂ ਕਰਦੀ ਹੈ, ਉਹਦੇ ਸਬੂਤ ਕੀ ਪੇਸ਼ ਕਰਦੀ ਹੈ, ਗੱਲ ਹੁਣ ਉਸ ਤਰਫ ਤੁਰਨੀ ਸ਼ੁਰੂ ਹੋ ਜਾਣੀ। ਇਹ ਖਬਰ ਸਭ ਤੋਂ ਪਹਿਲਾਂ ਨੈਸ਼ਨਲ ਮੀਡੀਆ ਦੇ ਕੁਝ ਖਾਸ ਪੱਤਰਕਾਰਾਂ ਵੱਲੋਂ ਬਾਹਰ ਆਉਂਦੀ ਹੈ, ਪੰਜਾਬ ਦੇ ਪੱਤਰਕਾਰਾਂ ਵੱਲੋਂ ਇਹ ਖਬਰ ਬਾਹਰ ਨਹੀਂ ਆਉਂਦੀ। ਹੁਣ ਤੁਸੀਂ ਇਸ ਬਹਿਸ ਵਿੱਚ ਕਿੰਨੀ ਦੇਰ ਅੱਗੇ ਵੱਧ ਸਕਦੇ ਹੋ ਕਿ ਆਖਿਰ ਕੀ ਹੋਇਆ, ਕਿਉਂ ਹੋਇਆ ਤੇ ਇਹਦਾ ਮਕਸਦ ਕੀ ਸੀਗਾ, ਕਿਉਂਕਿ ਹੁਣ ਇਲੈਕਸ਼ਨ ਹੈ ਤੇ ਇਲੈਕਸ਼ਨ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਬਹੁਤ ਵੱਡੀਆਂ ਹੋ ਕੇ ਆ ਹੀ ਜਾਂਦੀਆਂ ਨੇ, ਪਰ ਸਾਰੀਆਂ ਪਾਰਟੀਆਂ ਇਹਦੇ ਉੱਤੇ ਬਹੁਤੀ ਗੱਲ ਕਰਨਾ ਠੀਕ ਨਹੀਂ ਸਮਝਦੀਆਂ। ਹੁਣ
ਕਿਉਂਕਿ ਪੰਜਾਬ ਇਹ ਬਾਰ-ਬਾਰ ਇਸ ਤਰ੍ਹਾਂ ਦੇ ਦੌਰ ਚੋਂ ਨਿਕਲਦਾ ਹੈ, ਹਰ 20 25 30 ਸਾਲ ਬਾਅਦ ਕੁਛ ਨਾ ਕੁਛ ਹਿੱਸਾ ਵਾਪਰਦਾ ਰਹਿੰਦਾ ਹੈ। ਜੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਖਾਲਿਸਤਾਨੀ ਮੂਵਮੈਂਟ ਨੂੰ ਸਪੋਰਟ ਨਹੀਂ ਆ, ਤਾਂ ਕੀ ਇਹ ਚੈੱਕ ਕੀਤਾ ਗਿਆ? ਇਹ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਸਟੇਟਮੈਂਟ ਹੈ ਕਿ ਕੁਝ ਨਹੀਂ ਹੈਗਾ? ਅਸੀਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਹਾਂ ਕਿ ਕਿਸੇ ਵੀ ਗੱਲ ਦੇ ਉੱਤੇ ਟਿੱਪਣੀ ਕਰਨ ਲੱਗਿਆਂ ਜਜ਼ਬਾਤੀ ਹੋਣ ਦੀ ਲੋੜ ਨਹੀਂ। ਸਵਾਲ ਰੂਪ ਚ ਆਓ, ਤੇ ਸਵਾਲ ਰੂਪ ਦੇ ਵਿੱਚ ਆਪਾਂ ਕਿਸੇ ਨੂੰ ਕਟਹਿਰੇ 'ਚ ਵੀ ਨਹੀਂ ਖੜਾ ਕਰ ਸਕਦੇ। ਅੱਜ ਕੱਲ ਪਤਾ ਨਹੀਂ ਕਿੱਥੇ ਕੀ ਹੋ ਰਿਹਾ। ਪੰਜਾਬ ਦੇ ਜਿੰਨੇ ਵੀ ਵਸਿੰਦੇ ਆ, ਉਹਨਾਂ ਨੂੰ, ਆਪਣੇ ਨੌਜਵਾਨ ਬੱਚਿਆਂ ਨੂੰ, ਜਿਹੜੇ ਟੀਨੇਜਰ ਵੀ ਨੇ ਖਾਸ ਤੌਰ ਤੇ, ਉਹਨਾਂ ਨੂੰ ਬਚਾਉਣ ਦੀ ਲੋੜ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਬੜੇ ਸਤਰਕ ਰਹਿਣ ਦੀ ਲੋੜ ਆ। ਬਹੁਤੇ ਬੱਚੇ ਵਿਦੇਸ਼ਾਂ 'ਚ ਪੜ੍ਹਨ ਲਈ ਜਾਣਾ ਚਾਹੁੰਦੇ ਆ, ਵਿਦੇਸ਼ਾਂ 'ਚ ਸੈਟਲ ਹੋਣਾ ਚਾਹੁੰਦੇ ਆ। ਅੱਜ ਕੱਲ ਸਾਰੀ ਜਗ੍ਹਾ ਦੇ ਉੱਤੇ ਤੁਹਾਡੇ ਸੋਸ਼ਲ ਮੀਡੀਆ ਅਕਾਊਂਟਸ ਦੀ ਨਜ਼ਰਸਾਨੀ ਹੋ ਰਹੀ ਆ। ਅਮਰੀਕਾ ਨੇ ਤਾਂ ਪਿਛਲੇ 20 ਸਾਲਾਂ ਦਾ ਰਿਕਾਰਡ ਮੰਗ ਲੈਂਦੇ ਨੇ, ਕੀ ਕਰੋਗੇ ਤੁਸੀਂ? ਮੈਂ ਇੰਦਰਪ੍ਰੀਤ ਜੀ, ਇਸ ਗੱਲ ਨੂੰ ਜੇ ਕੁਝ ਤੁਸੀਂ ਇੱਥੇ ਟਿੱਪਣੀ ਕਰਨਾ ਚਾਹੋ ਅੱਗੇ ਇਹ ਸਾਰੇ ਘਟਨਾਕ੍ਰਮ ਤੇ, ਤਾਂ ਵੈਲਕਮ ਆ, ਨਹੀਂ ਤੇ ਫਿਰ ਅੱਗੇ ਚੱਲੀਏ। ਨਹੀਂ, ਅੱਗੇ ਚੱਲਦੇ ਬਸ। ਮੈਂ ਤਾਂ ਕਹਿ ਤਾ ਮੈਂ ਸਾਰਾ ਕੁਝ। ਵੈਸੇ ਤਾਂ ਇੱਕ ਜਿਹੜੀ ਤੁਸੀਂ ਲਾਸਟ ਗੱਲ ਕੀਤੀ ਹੈ ਕਿ ਬੱਚਿਆਂ ਨੂੰ ਉਹ ਕਰਨ ਦੀ ਲੋੜ ਹੈ, ਉਹ ਮੈਂ ਪਹਿਲਾਂ ਵੀ ਇਸ ਪ੍ਰੋਗਰਾਮ 'ਚ ਇੱਕ ਵਾਰੀ ਕਿਹਾ ਸੀਗਾ ਕਿ ਬਿਲਕੁਲ ਮਾਪਿਆਂ ਨੂੰ ਇਸ ਦੇ ਉੱਤੇ ਥੋੜੀ ਜਿਹੀ ਨਜ਼ਰਸਾਨੀ ਕਰਨ ਦੀ ਲੋੜ ਹੈ। ਉਹਨਾਂ 'ਚ ਚਿੰਤਾ ਵੀ ਹੈਗੀ ਇਸ ਗੱਲ ਦੀ, ਕਿਉਂਕਿ ਬੱਚੇ ਜਿਹੜੇ ਇਹ ਖਾਸ ਤੌਰ ਤੇ ਯੂਟਿਊਬਸ ਵਗੈਰਾ ਤੇ ਜੋ ਵੀਡੀਓਜ਼ ਵਗੈਰਾ ਆਉਂਦੇ ਆ ਜਾਂ ਆਨਲਾਈਨ ਜੋ ਵੀ ਚੀਜ਼ਾਂ ਆਉਂਦੀਆਂ ਨੇ, ਉਹ ਤੋਂ ਬਹੁਤ ਜਲਦੀ ਪ੍ਰਭਾਵਿਤ ਹੋ ਜਾਂਦੇ ਆ। ਤਾਂ ਕਈ ਵਾਰੀ ਆ ਜਿਹੜੀ, ਲੇਕਿਨ ਅਸਲੀ ਮਕਸਦ ਉਹਨਾਂ ਦਾ ਉਹ ਨਹੀਂ ਹੁੰਦਾ। ਅਸਲੀ ਮਕਸਦ ਤਾਂ ਉਹਨਾਂ ਦਾ ਇਹੀ ਹੈ ਕਿ ਵਿਦੇਸ਼ਾਂ 'ਚ ਜਾ ਕੇ ਪੜ੍ਹ ਲਈਏ, ਸੈਟਲ ਹੋ ਜਾਈਏ ਜਾਂ ਕੋਈ ਵੀ ਹੋਰ ਕੁਝ ਕਰੀਏ। ਪਰ ਇਸ ਤਰ੍ਹਾਂ ਦੀ ਕੋਈ ਵੀ ਇੱਕ ਹਰਕਤ ਜਿਹੜੀ ਹੈਗੀ ਹੈ, ਉਹ ਉਹਨਾਂ ਦੇ ਰਾਹ 'ਚ ਬਹੁਤ ਵੱਡੀ ਹਰਡਲ ਕ੍ਰੀਏਟ ਕਰ ਦਿੰਦੀ ਹੈ। ਮੈਂ ਇਸ ਦਾ ਜਿਵੇਂ ਪਹਿਲਾਂ ਜਦੋਂ ਇਹਨੂੰ ਪਕੜਿਆ ਸੀਗਾ ਅੰਮ੍ਰਿਤਪਾਲ ਨੂੰ, ਉਹਦੇ ਨਾਲ ਜਿਹੜੇ ਬੱਚੇ ਵੀ ਪਕੜੇ ਗਏ ਸੀ 4, ਤੁਸੀਂ ਦੇਖਿਆ ਹੋਣਾ +2 ਦੇ ਬੱਚੇ ਜਿਨ੍ਹਾਂ ਦੇ ਇਮਤਿਹਾਨ ਵੀ ਸੀ। ਹੁਣ ਉਹ ਇੰਨੀ ਛੋਟੀ ਛੋਟੀ ਉਮਰਾਂ ਦੇ ਬੱਚੇ ਜਦੋਂ ਇਸ ਪਾਸੇ ਨੂੰ ਚਲੇ ਜਾਂਦੇ ਆ, ਤੇ ਜੇ ਉਹਨਾਂ ਤੇ NSA ਵਰਗੇ ਉਹ ਲੱਗ ਜਾਣਗੇ, ਤਾਂ ਮੈਨੂੰ ਲੱਗਦਾ ਕਿ ਇਹ ਤਾਂ ਫਿਰ ਬਹੁਤ ਖਤਰਨਾਕ ਕੰਮ ਹੋ ਜਾਏਗਾ। ਇਸ ਕਰਕੇ ਥੋੜਾ ਜਿਹਾ ਬਚਾਓ ਤੇ ਥੋੜੀ ਜਿਹੀ ਚਿੰਤਾ ਆਪਣੇ ਪੇਰੈਂਟਸ ਨੂੰ ਵੀ ਕਰਨੀ ਚਾਹੀਦੀ ਹੈ ਆਪਣੇ ਬੱਚਿਆਂ ਦੇ ਲਈ, ਤੇ ਥੋੜੀ ਨਿਗਰਾਨੀ ਕਰ ਲਓ। ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ, ਕਿ ਸਟੇਟ ਜਿੱਥੇ ਕਿਤੇ ਵੀ ਇਹ ਸਮਝਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਖਿਲਾਫ ਕੋਈ ਐਵੀਡੈਂਸ ਦੇਸ਼ ਧਰੋਹ ਵਰਗੀ, ਹਾਲਾਂਕਿ ਵੈਸੇ ਤਾਂ ਮੈਨੂੰ ਕਿਤੇ ਵੀ ਨਹੀਂ ਲੱਗ ਰਿਹਾ ਇਹੋ ਜਿਹੀ ਗੱਲ, ਕਿਸੇ ਵੀ ਵਿਅਕਤੀ ਬਾਰੇ ਨਹੀਂ ਲੱਗ ਰਿਹਾ ਕੋਈ ਐਡਾ ਵੱਡਾ ਕ੍ਰਾਈਮ ਨਹੀਂ ਹੋਇਆ, ਪਰ ਫਿਰ ਵੀ ਜਿਨ੍ਹਾਂ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਹੈ, ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ, NSA ਤੋਂ ਬਾਹਰ ਲਿਆਉਣਾ ਚਾਹੀਦਾ। ਸਟੇਟ ਦੀ ਛਵੀ, ਆਪਣਾ ਅਕਸ ਵੀ ਖਰਾਬ ਹੁੰਦਾ ਹੈ। ਹੁਣ ਜਦੋਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਿਸੇ ਹੋਰ ਵਿਅਕਤੀ ਨੂੰ, ਤੁਹਾਨੂੰ ਡਿਟੇਨ ਕਰਨ ਦੀ ਲੋੜ ਆ, ਰੱਖਣ ਦੀ ਲੋੜ ਆ। ਉਹਨਾਂ ਨੂੰ ਵੀ ਛੱਡਣਾ ਚਾਹੀਦਾ। ਸਰਕਾਰ ਨੂੰ ਸੁਰਖਰੂ ਹੋਣ ਦੀ ਲੋੜ ਆ। ਆਪਾਂ ਹੁਣ ਸਿਰਫ ਤੇ ਸਿਰਫ 2 ਖਬਰਾਂ ਤੇ ਜਾਣਾ ਹੈ, ਆਪਾਂ ਇਸ ਤੋਂ ਜ਼ਿਆਦਾ ਲੰਬੀ ਗੱਲ ਅੱਜ ਨਹੀਂ ਕਰਨੀ। ਆਪਾਂ ਚੱਲਦੇ ਹਾਂ ਦੂਜੀ ਖਬਰ ਤੇ। ਹਾਲਾਂਕਿ ਅੱਜ ਲਈ ਇਹਨਾਂ ਦੀ ਅਹਿਮੀਅਤ ਲਗਭਗ 0 ਵਰਗੀ ਹੋ ਗਈ ਆ। ਪੂਰਾ ਦਿਨ ਤੁਹਾਡੀ ਅੰਮ੍ਰਿਤਪਾਲ ਤੋਂ ਇਲਾਵਾ ਕਿਸੇ ਗੱਲ 'ਚ ਦਿਲਚਸਪੀ ਨਹੀਂ ਹੋਊਗੀ, ਲੇਕਿਨ ਆਪਾਂ ਫਿਰ ਵੀ ਚੱਲਾਂਗੇ ਪੰਜਾਬ ਦੇ ਵਿੱਚ ਡਰੱਗ ਨੈਕਸਸ ਦੇ ਉੱਤੇ। ਰਾਜਜੀਤ ਸਿੰਘ ਦੇ ਖਿਲਾਫ ਹੁਣ ED ਨੇ ਵੀ ਆਪਣੀ ਗੱਲ ਤੋਰ ਲਈ ਆ, ਔਰ ED ਹੁਣ ਕੀ ਜਾਂਚ ਕਰਦੀ ਹੁੰਦੀ ਆ, ਉਹ ਤਾਂ ਤੁਹਾਨੂੰ ਵੀ ਪਤਾ ਹੈ ਕਿ ਉਹ ED ਜਿਹੜੀ ਆ ਨਜਾਇਜ਼ ਲੈਣ ਦੇਣ ਪੈਸਿਆਂ ਦੇ ਤੇ ਬਾਕੀ ਚੀਜ਼ਾਂ ਦੇ ਉੱਤੇ ਕਰਦੀ ਆ। ਸੋ ਭਾਸਕਰ ਸਾਹਿਬ, ਇੱਕ ਤਾਂ ਇਹ ਦੱਸੋ, ਦੂਜਾ ਕਹਿੰਦੇ ਕੋਈ CCTV ਫੁਟੇਜ ਵੀ ਹੱਥ ਲੱਗੀ ਆ ਜਿਹਦੇ ਵਿੱਚ ਰਾਜਜੀਤ ਸਿੰਘ ਆਪਣੀ ਬਰਖਾਸਤਗੀ ਵਾਲੇ ਦਿਨ ਜਾਂ ਉਸ ਤੋਂ ਇੱਕ ਦਿਨ ਪਹਿਲਾਂ ਹੀ ਆਪਣਾ ਬੈਗ ਲੈ ਕੇ ਘਰੋਂ ਨਿਕਲ ਗਏ, ਫੋਨ ਵੀ ਨਹੀਂ ਲੈ ਕੇ ਗਏ। ਇਹ ਚੀਜ਼ਾਂ ਵੀ ਹੁਣ ਆ ਰਹੀਆਂ ਨੇ। ਇਹਦਾ ਮਤਲਬ ਹੈ ਕਿ ਜਿੰਨੀ ਮਰਜ਼ੀ ਮੁੱਠੀ ਬੰਦ ਕਰ ਲਓ, ਰੇਤ ਜੇ ਹੋਵੇ ਤਾਂ ਕਿਰੀ ਜਾਂਦੀ ਹੈ, ਜੇ ਛੇਕ ਹੋਣ ਤਾਂ ਰਾਹ ਨਿਕਲ ਹੀ ਆਉਂਦੇ ਆ। ਇਹਦਾ ਮਤਲਬ ਹੈ ਕਿ ਬਹੁਤ ਗੁਪਤ ਵਿੱਚ ਵੀ ਅੰਦਰ ਕੋਈ ਗੁਪਤਚਰ ਦੇ ਨਾਲ ਗੁਪਤਚਰ ਬੈਠਾ ਹੋਇਆ। ਕੀ ਕਹਿੰਦੇ? ਜਿੱਥੇ ਤੱਕ ਰਾਜਜੀਤ ਦੀ ਗੱਲ ਕਰੀਏ, ਤੇ ਇਹ ਗੱਲ ਪਹਿਲੇ ਵੀ ਨਿਕਲ ਕੇ ਆਈ ਸੀ ਕਿ ਉਹਨਾਂ ਨੂੰ ਜਿਸ ਦਿਨ ਡਿਸਮਿਸ ਕੀਤਾ ਜਾਂਦਾ 16 ਅਪ੍ਰੈਲ ਨੂੰ, ਉਸ ਤੋਂ 3 ਦਿਨ ਪਹਿਲੇ ਉਹ ਆਪਣਾ ਫੋਨ ਬੰਦ ਕਰ ਦਿੰਦੇ ਨੇ। ਹੁਣ ਇੱਕ ਨਵੀਂ ਗੱਲ ਨਿਕਲ ਕੇ ਆਈ ਹੈ ਕਿ 16 ਅਪ੍ਰੈਲ ਨੂੰ ਜਦ ਉਹਨਾਂ ਨੂੰ ਡਿਸਮਿਸ ਕੀਤਾ ਜਾਂਦਾ, ਉਹ ਉਸ ਦਿਨ ਕੋਈ ਕਾਲਾ ਤੇ ਨਹੀਂ, ਖੈਰ ਬੈਗ ਲੈ ਕੇ ਉਹ ਆਪਣੇ ਘਰੋਂ ਬਿਨਾਂ ਫੋਨ ਤੋਂ ਕਿਸੇ ਜਗ੍ਹਾ ਚਲੇ ਜਾਂਦੇ ਨੇ। ਇਹ ਗੱਲ CCTV ਫੁਟੇਜ ਦੇ ਜ਼ਰੀਏ ਪਤਾ ਲੱਗਦੀ ਹੈ। ਕੁਝ ਨੰਬਰ ਟ੍ਰੇਸ ਕਰਦੀ ਹੈ ਪੁਲਿਸ। STF ਕਥਿਤ ਤੌਰ ਤੇ ਛਾਪੇ ਮਾਰ ਰਹੀ ਹੈ ਰਾਜਜੀਤ ਨੂੰ ਫੜਨ ਦੇ। ਇਹ ਵੀ ਗੱਲਾਂ ਬਾਹਰ ਨਿਕਲ ਕੇ ਆ ਰਹੀ ਹੈ। ਰਾਜਜੀਤ ਕਿੱਥੇ ਹੈ ਸਾਨੂੰ ਨਹੀਂ ਪਤਾ, ਪਰ ਐਨੇ ਸਾਰੀ ਗੱਲਾਂ ਦੇ ਵਿੱਚ ED, ਕਿਉਂਕਿ ਰਾਜਜੀਤ ਦੀ ਪ੍ਰਾਪਰਟੀ ਦਾ 2013 ਤੋਂ ਬਾਅਦ ਜੋ ਰਿਕਾਰਡ ਅਖਬਾਰਾਂ ਦੇ ਵਿੱਚ ਵੀ ਛਪਿਆ, ਉਹ ED ਨੇ ਵੀ ਪੜ੍ਹ ਲਿਆ। ਤੇ ਫਿਰ ED 35 ਲੱਖ ਤੋਂ ਜ਼ਿਆਦਾ ਦੀ ਕੋਈ ਵੀ ਇਸ ਤਰ੍ਹਾਂ ਦੀ ਰਕਮ ਹੁੰਦੀ ਹੈ ਜਿਹਦੇ ਵਿੱਚ ED ਦੀ ਜੁਰਿਸਡਿਕਸ਼ਨ ਸ਼ੁਰੂ ਹੁੰਦੀ ਹੈ,
ਉੱਥੇ ਫਿਰ ਈਡੀ ਆਪਣੇ ਆਪ ਹੀ ਖਾਤਾ ਸਾਰਾ ਮੰਗ ਲੈਂਦੀ ਹੈ। ਵਿਜੀਲੈਂਸ ਹਜੇ ਪ੍ਰੋਬ ਕਰ ਰਹੀ ਹੈ, ਔਰ ਉਸ ਪ੍ਰੋਬ ਦੇ ਵਿੱਚ ਜਿਹੜੀ ਪ੍ਰਾਪਰਟੀਜ਼ ਹੈਗੀ ਹੈ ਰਾਜਜੀਤ ਦੀ, ਜਿਹੜੀ 2013 ਤੋਂ ਬਾਅਦ ਉਹਨਾਂ ਨੇ ਖਰੀਦੀ ਹੈ, ਉਹਦੀ ਰਿਪੋਰਟ ਹੁਣ ਈਡੀ ਨੇ ਵੀ ਮੰਗ ਲਈ ਹੈ। ਈਡੀ ਵੀ ਆਪਣੀ ਕਾਰਵਾਈ ਰਾਜਜੀਤ ਤੇ ਇੰਦਰਜੀਤ ਨੂੰ 2017 ਤੋਂ ਹੀ ਗ੍ਰਿਫਤਾਰ ਕੀਤਾ ਗਿਆ ਹੈ, ਉਹਦੀ ਵੀ ਜਾਂਚ ਹੁਣ ਈਡੀ ਕਰੇਗੀ। ਇਹ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ। ਫਿਲਹਾਲ ਰਾਜਜੀਤ ਆਪਣੀ ਡਿਸਮਿਸਲ ਦੇ ਉੱਤੇ ਸੁਪਰੀਮ ਕੋਰਟ ਦਾ ਰੁਖ ਕਰ ਸਕਦਾ ਹੈ, ਇਹ ਵੀ ਗੱਲਾਂ ਸਾਹਮਣੇ ਨਿਕਲ ਕੇ ਆ ਰਹੀ ਹੈ। ਉਹ ਸੁਪਰੀਮ ਕੋਰਟ ਜਾਣ ਤੋਂ ਪਹਿਲੇ ਫੜਿਆ ਜਾਂਦਾ ਹੈ ਜਾਂ ਫਿਰ ਉਹ ਭੱਜਣ 'ਚ ਕਾਮਯਾਬ ਹੋ ਜਾਂਦਾ ਹੈ। ਔਰ 30 ਦਿਨਾਂ ਦੇ ਅੰਦਰ ਅੰਦਰ ਡੀਜੀਪੀ ਸਾਹਿਬ ਨੂੰ ਹੋਮ ਸੈਕਟਰੀ ਸਾਹਿਬ ਨੇ ਇੱਕ ਰਿਪੋਰਟ ਮੰਗੀ ਹੈ ਉਹਨਾਂ ਤੋਂ ਕਿ ਇਸ ਤੋਂ ਇਲਾਵਾ ਹੋਰ ਵੀ ਕੋਈ ਅਫਸਰ ਸੀਗੇ ਜਾਂ ਇੰਦਰਜੀਤ ਦੀ ਪ੍ਰਮੋਸ਼ਨ ਤੋਂ ਰੈਲੇਵੈਂਟ ਜਿੰਨੀ ਵੀ ਫਾਈਲਾਂ ਹੈਗੀਆਂ ਜਾਂ ਉਹਦੀ ਟ੍ਰਾਂਸਫਰ ਨੂੰ ਲੈ ਕੇ ਜਿੰਨੀ ਵੀ ਰਿਕਮੈਂਡੇਸ਼ਨਸ ਹੈਗੀ ਹੈ ਉਹ ਪ੍ਰੋਵਾਈਡ ਕਰਾਓ। ਹੁਣ ਜਾਂਚ ਸ਼ੁਰੂ ਹੈ, ਪਰ ਫਿਲਹਾਲ ਰਾਜਜੀਤ ਪੁਲਿਸ ਦੀ ਗ੍ਰਿਫਤ ਬਾਹਰ ਹੈ। ਇੰਦਰਪ੍ਰੀਤ ਜੀ, ਅਗਲੀ ਖਬਰ ਵੀ ਕਾਫੀ ਦਿਲਚਸਪ ਹੈ। ਬਹੁਤ ਸਾਰੇ ਰਾਜਾਂ ਨੇ, ਲਗਭਗ 10 ਰਾਜਾਂ ਨੇ ਸੀਬੀਆਈ ਨੂੰ ਆਪਣੇ ਪ੍ਰਦੇਸ਼ ਵਿੱਚ ਬਿਨਾਂ ਇਜਾਜ਼ਤ ਤੋਂ ਵੜਨ ਦੀ ਨਾ ਕਰ ਰੱਖੀ ਹੈ। ਲਾਸਟ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ ਤੇ ਉਸ ਤੋਂ ਬਾਅਦ ਇੱਕ ਹੋਰ ਰਾਜ ਦੇ ਵਿੱਚ ਸ਼ਾਮਲ ਹੁੰਦਾ ਹੈ, ਔਰ ਜਿਹਦੇ ਵਿੱਚ ਸੀਬੀਆਈ ਸਿੱਧਿਓਂ ਕੋਈ ਰੇਡ ਨਹੀਂ ਕਰ ਸਕਦੀ। ਹੁਣ ਉਹਨਾਂ ਨੂੰ ਪਹਿਲਾਂ ਪੁੱਛਣਾ ਪਊਗਾ, ਕਿਉਂਕਿ ਸੀਬੀਆਈ ਦਾ ਡਰ ਹਮੇਸ਼ਾ ਰਹਿੰਦਾ ਹੈ ਪੋਲੀਟੀਸ਼ੀਅਨਸ ਨੂੰ ਜਾਂ ਬਿਊਰੋਕਰੇਟਸ ਨੂੰ। ਸੋ ਇਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਕੇਂਦਰੀ ਸੱਤਾ ਹੈ ਉਹ ਕਿਤੇ ਡਿਕਟੇਟ ਨਾ ਕਰਦੀ ਹੋਵੇ, ਇਹ ਨਾ ਹੋਵੇ ਸਾਡਾ ਬੈਠਿਆ ਬਿਠਾਇਆ ਕੋਈ ਮੰਤਰੀ, ਕੋਈ ਸਾਡਾ ਵੱਡਾ ਅਫਸਰ ਆ ਜੇ। ਹੁਣ ਜਿਹੜਾ ਇਹ ਸੀਬੀਆਈ ਦਾ ਐਕਟ ਆ, ਮੈਂ ਦੇਖ ਰਿਹਾ ਸੀਗਾ ਵੀ ਇਹ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 ਦੇ ਤਹਿਤ ਇਹ ਹੋਂਦ ਵਿੱਚ ਆਉਂਦੀ ਆ, ਉਹਦੇ ਤਹਿਤ ਇਹ ਹੁਣ ਤੱਕ ਕੰਮ ਕਰ ਰਹੀ ਸੀ। ਤੇ ਹੁਣ ਕੇਂਦਰ ਇੱਕ ਐਸਾ ਕਾਨੂੰਨ ਲੈ ਕੇ ਆ ਰਿਹਾ ਜਿਹਦੇ ਵਿੱਚ ਰਾਜ ਕਿਧਰੇ ਵੀ ਨਹੀਂ ਹੋਣਗੇ, ਰਾਜ ਨਾ ਨਹੀਂ ਕਰ ਸਕਣਗੇ। ਮਤਲਬ ਉਹਦਾ ਦਾਇਰਾ ਇੰਨਾ ਵਿਸ਼ਾਲ ਹੋ ਜਾਊਗਾ ਈਡੀ ਵਾਂਗ ਕਿ ਉਹ ਜਿੱਥੇ ਚਾਵੇ ਦਬਸ਼ ਦੇਵੇ, ਜਿਹਨੂੰ ਮਰਜ਼ੀ ਹੱਥ ਪਾਵੇ। ਫਿਰ ਕੇਂਦਰੀ ਸੱਤਾ ਹੋਰ ਤਗੜੀ ਹੋ ਜਾਊਗੀ। ਸੋ ਸ਼ਕਤੀਆਂ ਦੇ ਕੇਂਦਰੀਕਰਨ ਦੀ ਕਵਾਇਦ ਤਹਿਤ ਸੀਬੀਆਈ ਜੇ ਹੋਰ ਸਸ਼ਕਤ ਹੋ ਜਾਂਦੀ ਹੈ, ਪਾਵਰਫੁਲ ਹੋ ਜਾਂਦੀ ਹੈ, ਤੇ ਫਿਰ ਖੈਰ ਨਹੀਂ ਕਿਸੇ ਦੀ। ਫਿਰ ਭਾਵੇਂ ਕੋਈ ਮੁੱਖ ਮੰਤਰੀ ਹੋਵੇ, ਕੋਈ ਮੰਤਰੀ ਹੋਵੇ, ਕੋਈ ਚੀਫ ਸੈਕਟਰੀ ਹੋਵੇ, ਪੁਲਿਸ ਦੇ ਵੱਡੇ ਅਧਿਕਾਰੀ ਹੋਣਗੇ, ਫਿਰ ਤਾਂ ਤੌਬਾ ਹੀ ਆ ਨਾ। ਇਹ ਤੇ ਗੱਲ ਹੈ। ਹੁਣ ਦੱਸੋ ਇਹਦੇ ਉੱਤੇ ਥੋੜੀ ਜਿਹੀ ਟਿੱਪਣੀ ਦਿਓ, ਫਿਰ ਗੱਲ ਖਤਮ ਕਰਦੇ ਹਾਂ। ਰੰਧਾਵਾ ਸਾਹਿਬ, ਅਸਲ 'ਚ ਜਦੋਂ ਤੋਂ ਮਿਜ਼ੋਰਮ ਸਰਕਾਰ ਨੇ ਜਿਹੜੀ ਸਭ ਤੋਂ ਪਹਿਲਾਂ 17 ਜੁਲਾਈ 2015 ਦੇ ਵਿੱਚ ਪਹਿਲੀ ਵਾਰ ਇਹ ਕਦਮ ਚੁੱਕਿਆ ਸੀਗਾ ਕਿ ਸਾਡੇ ਰਾਜ ਦੇ ਵਿੱਚ ਜੇਕਰ ਕੋਈ ਕਾਰਵਾਈ ਕਰਨੀ ਹੈ ਕਿਸੇ ਦੇ ਉੱਤੇ ਤਾਂ ਸਾਡੀ ਕੰਸੈਂਟ ਲੈਣੀ ਜ਼ਰੂਰੀ ਹੈ। ਉਹ ਜਨਰਲ ਕੰਸੈਂਟ ਉਹਨੂੰ ਕਹਿੰਦੇ ਹੁੰਦੇ ਆ। ਉਹ ਅਗਰ ਸਟੇਟ ਦੇ ਦਿੰਦੀ ਹੈ ਵੀ ਹਾਂ ਤੁਸੀਂ ਕਾਰਵਾਈ ਕਰ ਸਕਦੇ ਹੋ, ਫਿਰ ਤਾਂ ਉਹ ਕਿਸੇ ਤੋਂ ਨਹੀਂ ਪੁੱਛਦੇ। ਲੇਕਿਨ ਅਗਰ ਨਹੀਂ ਦਿੰਦੇ ਤਾਂ ਫਿਰ ਉਹਨਾਂ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਸਟੇਟ ਗਵਰਨਮੈਂਟ ਤੋਂ, ਤਾਂ ਹੀ ਸੀਬੀਆਈ ਕਿਸੇ ਵੀ ਵਿਅਕਤੀ ਦੇ ਉੱਤੇ ਕਾਰਵਾਈ ਕਰ ਸਕਦੀ ਹੈ। ਸਭ ਤੋਂ ਆਖਿਰ ਦੇ ਵਿੱਚ, ਔਰ ਇਹ ਇੱਕ ਇੱਕ ਕਰਕੇ ਹਰ ਸਾਲ ਕੋਈ ਨਾ ਕੋਈ ਸਟੇਟਾਂ ਇਹਦੇ 'ਚ ਐਡ ਹੁੰਦੀਆਂ ਗਈਆਂ। ਹੁਣ 9 ਸਟੇਟਾਂ ਨੇ ਇਹਦੇ ਵਿੱਚ। ਸਭ ਤੋਂ ਲਾਸਟ ਦੇ ਵਿੱਚ ਪਿਛਲੇ ਸਾਲ ਜਿਹੜੇ 2022 ਨਿਕਲਿਆ, 30 ਅਗਸਤ 2022 ਨੂੰ ਤੇਲੰਗਾਨਾ ਨੇ ਵੀ ਇਹ ਕਦਮ ਚੁੱਕ ਲਿਆ ਕਿ ਸਾਡੇ ਉੱਥੇ ਪੁੱਛ ਕੇ ਕਦਮ ਰੱਖਣਾ, ਏਦਾਂ ਨਹੀਂ ਮੂੰਹ ਚੱਕ ਕੇ ਆ ਜਾਣਾ। ਤੇ ਉਸ ਤੋਂ ਬਾਅਦ ਇਹ ਮਹਿਸੂਸ ਕੀਤਾ ਜਾਣ ਲੱਗ ਗਿਆ ਸੀ ਵੀ ਜਿਹੜਾ ਸੀਬੀਆਈ ਦਾ ਜਿਹੜਾ ਐਕਟ ਹੈ ਇਹ ਕਮਜ਼ੋਰ ਪੈਂਦਾ ਜਾ ਰਿਹਾ। ਜੇ ਹਰ ਰਾਜ ਤੋਂ ਏਦਾਂ ਇਜਾਜ਼ਤ ਲੈਣੀ ਪਏਗੀ ਤਾਂ ਅਸੀਂ ਤਾਂ ਕੰਮ ਹੀ ਨਹੀਂ ਕਰ ਪਾਵਾਂਗੇ। ਤਾਂ ਪਾਰਲੀਮੈਂਟ ਦੀ ਜਿਹੜੀ ਸਟੈਂਡਿੰਗ ਕਮੇਟੀ ਹੈਗੀ ਹੈ ਉਹਨੇ ਇਸ ਤੇ ਕੰਮ ਕੀਤਾ, ਜਿਹੜਾ ਤੁਸੀਂ ਕਿਹਾ ਹੈ ਜਿਹੜਾ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 ਹੈ। ਇਹਦੇ ਵਿੱਚ ਥੋੜੀ ਚੇਂਜਸ ਦੀ ਲੋੜ ਹੈ ਤੇ ਇਹਦਾ ਦਾਇਰਾ ਵਧਾਇਆ ਜਾਏ ਔਰ ਇਹਨੂੰ ਇਹ ਕੀਤਾ ਜਾਏ ਕਿ ਜਿਵੇਂ ਆਪਣਾ ਈਡੀ ਵਾਲਾ ਹੈਗਾ ਜਾਂ NIA ਵਾਲਾ ਹੈਗਾ, ਇਸ ਤਰ੍ਹਾਂ ਦਾ ਹੀ ਬਣਾਇਆ ਜਾਏ ਵੀ ਕਿਸੇ ਤੋਂ ਕੋਈ ਕੰਸੈਂਟ ਲੈਣ ਦੀ ਲੋੜ ਨਾ ਪਵੇ। ਤਾਂ ਉਹ ਲਗਭਗ ਹੋ ਗਿਆ। ਹੁਣ DOPT ਡਿਪਾਰਟਮੈਂਟ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਦਾ, ਉਹਦੇ ਨਾਲ ਗੱਲ ਚੱਲ ਰਹੀ ਹੈ। ਉਹਨਾਂ ਨਾਲ ਮਿਲ ਕੇ ਫਿਰ ਇਹ ਜਿਹੜਾ ਐਕਟ ਹੈ ਉਹ ਪਾਰਲੀਮੈਂਟ 'ਚ ਪੇਸ਼ ਹੋ ਜਾਣਾ ਤੇ ਪਾਰਲੀਮੈਂਟ 'ਚ ਬਿੱਲ ਆ ਜਾਏਗਾ। ਉਸ ਤੋਂ ਬਾਅਦ ਇਹਦੀ ਉਹ ਆ ਜਾਏਗੀ। ਪਰ ਮੈਨੂੰ ਲੱਗਦਾ ਕਿ ਸ਼ਾਇਦ ਦੇਖੋ ਇਹ ਇਸ ਤਰ੍ਹਾਂ ਦਾ ਐਕਟ ਹੈ ਜਿਹਦੇ ਉੱਤੇ ਜੋ ਗਵਰਨਮੈਂਟ ਆਫ ਇੰਡੀਆ ਕੰਮ ਕਰ ਰਹੀ ਹੈ ਤਾਂ ਰਾਜਾਂ ਨਾਲ ਵੀ ਸੰਬੰਧਿਤ ਹੈ। ਇਸ ਕਰਕੇ ਇੱਕ ਜਿਹੜੀ ਬਿੱਲ ਜੋ ਵੀ ਡਰਾਫਟ ਹੋਏ ਇਹ ਸਟੇਟਾਂ ਨੂੰ ਵੀ ਭੇਜਿਆ ਜਾਣਾ ਚਾਹੀਦਾ ਹੈ, ਕਿਉਂਕਿ ਆਖਿਰ ਸਟੇਟਾਂ ਹੀ ਇਹਦੀਆਂ ਸਟੇਕ ਹੋਲਡਰ ਨੇ ਵੱਡੀਆਂ। ਤੇ ਜੇ ਸਟੇਟਸ ਨੂੰ ਏਦਾਂ ਲੱਗੇਗਾ ਕਿ ਬਈ ਤੁਸੀਂ ਤਾਂ ਸਾਰੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰੀ ਜਾ ਰਹੇ ਹੋ, ਕਿਉਂਕਿ ਲਾਅ ਐਂਡ ਆਰਡਰ ਅਦਰਵਾਈਜ਼ ਸਟੇਟ ਸਬਜੈਕਟ ਹੈ, ਔਰ ਇਹ ਤੁਸੀਂ ਜਿਹੜਾ ਸੀਬੀਆਈ ਦੀ ਆੜ ਦੇ ਵਿੱਚ ਇਹਨੂੰ ਵੀ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਹ ਠੀਕ ਨਹੀਂ ਹੈ। ਮੈਨੂੰ ਲੱਗਦਾ ਕਿ ਇਸ ਦੇ ਉੱਤੇ
ਜਿਹੜੀਆਂ ਸਟੇਟਾਂ, ਦੇਖੋ ਬੀਜੇਪੀ ਵਾਲੀਆਂ ਤਾਂ ਮੈਨੂੰ ਲੱਗਦਾ ਇਹਦਾ ਵਿਰੋਧ ਨਹੀਂ ਕਰਨਗੀਆਂ, ਪਰ ਇਸ ਟਾਈਮ ਹੁਣ ਨਾਨ ਬੀਜੇਪੀ ਸਟੇਟਸ ਜ਼ਿਆਦਾ ਹੋ ਗਈਆਂ ਨੇ, ਤਾਂ ਉਹਨਾਂ ਨੂੰ ਜ਼ਰੂਰ ਇਹਦਾ ਵਿਰੋਧ ਕਰਨਾ ਚਾਹੀਦਾ ਹੈ। ਔਰ ਜੇ ਇਸ ਤਰ੍ਹਾਂ ਕੋਈ ਵੀ ਐਕਟ ਬਣਾ ਕੇ, ਫਿਰ ਤਾਂ ਫੈਡਰਲ ਢਾਂਚਾ ਹੀ ਮੈਨੂੰ ਲੱਗਦਾ ਕਿ ਹੌਲੀ ਹੌਲੀ ਖਤਮ ਹੋ ਜਾਏਗਾ। ਇਕਨੋਮਿਕਲੀ ਅਸੀਂ ਪਹਿਲਾਂ ਹੀ GST ਵਾਲਾ ਕਾਨੂੰਨ ਲਿਆ ਕੇ ਖਤਮ ਕਰ ਚੁੱਕੇ ਹਾਂ। ਹੁਣ ਜਿਹੜਾ ਲਾਅ ਐਂਡ ਆਰਡਰ, ਐਗਰੀਕਲਚਰ ਵਾਲਾ ਵੀ ਅਸੀਂ ਸਾਰਾ ਕੁਝ ਦੇ ਕੇ ਉਹਨਾਂ ਨੂੰ ਖਤਮ ਕਰ ਚੁੱਕੇ ਹਾਂ। ਸਾਡੇ ਕੋਲ ਕੁਝ ਨਹੀਂ ਐਗਰੀਕਲਚਰ ਦੇ ਵਿੱਚ, ਸਿਰਫ ਉਗਾਉਣ ਦਾ ਕੰਮ ਸਾਡੇ ਕੋਲ ਰਹਿ ਗਿਆ। ਬੀਜ, ਦਵਾਈਆਂ, ਇਹ ਸਭ ਕੁਝ ਤੈਅ ਕਰਨਾ ਉਹਨਾਂ ਦਾ ਕੰਮ ਹੈ। MSP ਤੈਅ ਕਰਨਾ ਉਹਨਾਂ ਦਾ ਕੰਮ ਹੈ। ਸਭ ਕੁਝ ਉਹਨਾਂ ਕੋਲੇ ਹੈ। ਇਸੇ ਤਰ੍ਹਾਂ ਹੀ ਹੁਣ ਇੱਕ ਲਾਅ ਐਂਡ ਆਰਡਰ ਰਹਿ ਗਿਆ, ਤੇ ਲਾਅ ਐਂਡ ਆਰਡਰ ਵੀ ਜੇ ਉਹਨਾਂ ਕੋਲ ਹੀ ਚਲਾ ਗਿਆ ਤਾਂ ਮੈਨੂੰ ਲੱਗਦਾ ਫਿਰ ਸਟੇਟਾਂ ਤਾਂ ਜਸਟ ਇੱਕ ਨਗਰ ਨਿਗਮਾਂ ਵਾਂਗੂ ਜਾਂ ਨਗਰ ਪਾਲਿਕਾ ਵਾਂਗੂ ਕੰਮ ਕਰਨਗੀਆਂ। ਇਸ ਤੋਂ ਇਲਾਵਾ ਫਿਰ ਉਹਨਾਂ ਕੋਲੇ ਕੁਝ ਨਹੀਂ ਰਹਿ ਜਾਣਾ। ਔਰ ਇਹ ਵਰਤਾਰਾ, ਇਹ ਟ੍ਰੈਂਡ ਲਗਾਤਾਰ ਜਿਹੜੀ ਵੀ ਸੱਤਾ ਚ ਆ ਜਾਂਦੀ ਕੇਂਦਰ ਚ ਕੋਈ ਲਿਹਾਜ਼ ਨਹੀਂ ਕਰ ਰਿਹਾ। ਕਾਂਗਰਸ ਨੇ ਕੋਈ ਘੱਟ ਨਹੀਂ ਕੀਤੀ। ਹਾਂ, ਇਹ ਤਾਂ ਹੀ ਕਹਿੰਦੇ ਹੁੰਦੇ ਕਿ ਕੋਲੀਸ਼ਨ ਗਵਰਨਮੈਂਟਸ ਕੁਝ ਸਮੇਂ ਲਈ ਜਿਹੜੀਆਂ ਆਉਂਦੀਆਂ ਨੇ ਉਹਦੇ ਵਿੱਚ ਜੁਰਤ ਕਰਨੀ ਬੜੀ ਔਖੀ ਹੋ ਜਾਂਦੀ ਹੈ। ਭਾਵੇਂ ਡਾਕਟਰ ਮਨਮੋਹਨ ਸਿੰਘ ਤੇ ਵੀ ਇਲਜ਼ਾਮ ਲੱਗਦਾ ਰਿਹਾ ਕਿ ਕੋਲੀਸ਼ਨ ਕਰਕੇ ਕਰਪਸ਼ਨ ਬੜੀ ਹੋਈ। ਖੈਰ, ਮੈਂ ਆਖਰ ਦੇ ਵਿੱਚ ਇੰਦਰਪ੍ਰੀਤ, ਤੁਹਾਡੇ ਕੋਲ 2 ਲਾਈਨਾਂ ਦੇ ਵਿੱਚ ਇਹ ਵੀ ਜਾਣਨਾ ਚਾਹੁੰਦਾ। ਹਾਂ, ਭਾਸਕਰ ਸਾਹਿਬ ਕੁਝ ਕਹਿ ਰਹੇ। ਦੇਖੋ, ਜਿੱਥੇ ਤੱਕ ਗੱਲ ਈਡੀ ਦੀ ਤੇ CBI ਦੀ ਕਰੀਏ, ਤੇ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਜਦ ਈਡੀ ਨਹੀਂ ਸੀ, ਈਡੀ ਨੂੰ ਬਣਾਇਆ ਕਿਨੇ? ਕਾਂਗਰਸ ਦੀ ਸਰਕਾਰ ਨੇ। ਔਰ ਬਾਅਦ ਚੋਂ ਈਡੀ ਤੋਂ ਸਭ ਤੋਂ ਜ਼ਿਆਦਾ ਡਰ ਵੀ ਲੱਗਦਾ ਸੀ ਕਾਂਗਰਸ ਨੂੰ। ਉਸ ਤੋਂ ਪਹਿਲੇ CBI ਦਾ ਜ਼ਿਕਰ, CBI ਇੱਕ ਇਸ ਤਰ੍ਹਾਂ ਦੀ ਏਜੰਸੀ ਹੁੰਦੀ ਸੀ, ਉਹਦੇ ਤੋਂ ਪੋਲੀਟੀਸ਼ੀਅਨਸ ਵੀ ਡਰਦੇ ਸੀਗੇ। ਔਰ ਉਹ तमाम ਲੋਕ ਜਿਨ੍ਹਾਂ ਨੇ ਕੋਈ ਵੀ ਕੋਈ ਗਲਤ ਕੰਮ ਕੀਤਾ, ਹੁਣ 9 ਸੂਬਿਆਂ ਦੀ ਜ਼ਿਕਰ ਇੰਦਰਪ੍ਰੀਤ ਉਹਨਾਂ ਨੇ ਵੀ ਕੀਤਾ ਹੈ। ਮਿਜ਼ੋਰਮ ਪਹਿਲਾ ਉਦਾਂ ਦਾ ਸੂਬਾ ਸੀਗਾ ਜਦ ਇਹ ਮਨਾ ਕੀਤਾ ਸੀ, CBI ਦੀ ਨੋ ਐਂਟਰੀ ਲਾਤੀ ਸੀ ਉਹਨਾਂ ਨੇ। ਉਸ ਤੋਂ ਬਾਅਦ ਇਹਨਾਂ ਸੂਬਿਆਂ ਦੀ ਸੰਖਿਆ ਵੱਧਦੀ ਗਈ। ਮਿਜ਼ੋਰਮ ਤੋਂ ਬਾਅਦ ਵੈਸਟ ਬੰਗਾਲ, ਫਿਰ ਛੱਤੀਸਗੜ੍ਹ, ਫਿਰ ਰਾਜਸਥਾਨ, ਫਿਰ ਕੇਰਲਾ, ਫਿਰ ਝਾਰਖੰਡ, ਫਿਰ ਪੰਜਾਬ, ਮੇਘਾਲਿਆ ਤੇ ਤੇਲੰਗਾਨਾ ਲਾਸਟ ਸਟੇਟ ਸੀਗੀ। ਇਹਨਾਂ ਸੂਬਿਆਂ ਦੇ ਵਿੱਚੋਂ ਮਿਜ਼ੋਰਮ ਤੇ ਮੇਘਾਲਿਆ ਇੱਕ ਇਸ ਤਰ੍ਹਾਂ ਦੇ ਸੂਬੇ ਹੈਗੇ ਨੇ ਜਿਹਦੇ ਵਿੱਚ BJP ਅਲਾਈਅੰਸ ਦੇ ਜ਼ਰੀਏ ਜਾਂ ਸਰਕਾਰ ਦੇ ਵਿੱਚ ਕਾਬਿਜ਼ ਹੈ। ਬਾਕੀ ਸਾਰੀ ਵਿਰੋਧੀ ਪਾਰਟੀਆਂ ਦੀ ਸਰਕਾਰਾਂ ਇੱਥੇ ਕਾਬਿਜ਼ ਨੇ। ਹੁਣ ਤੁਸੀਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਿਜ਼ੋਰਮ ਜਾਂ ਮੇਘਾਲਿਆ ਦੇ ਵਿੱਚ BJP ਦੀ ਸਰਕਾਰ ਬਣਨ ਤੋਂ ਬਾਅਦ ਵੀ CBI ਦੀ ਨੋ ਐਂਟਰੀ ਦਾ ਬੋਰਡ ਕਿਉਂ ਨਹੀਂ ਹਟਾਇਆ ਗਿਆ? ਉਹ ਇਸ ਕਰਕੇ ਨਹੀਂ ਹਟਾਇਆ ਗਿਆ ਕਿਉਂਕਿ ਉੱਥੇ ਹਜੇ ਵੀ CBI ਦਾ ਵਿਰੋਧ ਲੋਕਾਂ ਦੇ ਵਿੱਚ ਸੀਗਾ। ਪਰ ED ਨੂੰ ਜਦ ਬਣਾਇਆ ਗਿਆ, ਔਰ ED ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਪਹਿਲੇ ਹੁੰਦਾ ਸੀ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ। ਉਸ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਮਨੀ ਲਾਂਡਰਿੰਗ ਕਰਦਾ ਸੀ ਉਹਦੀ ਇਮੀਡੀਏਟ ਅਰੈਸਟ ਹੋ ਸਕਦੀ ਸੀ। ਪਰ ਉਸ ਤੋਂ ਬਾਅਦ ਬਣਾਇਆ ਗਿਆ FEMA, ਫੋਰਨ ਐਕਸਚੇਂਜ ਮੈਨੇਜਮੈਂਟ ਐਕਟ, ਜਿਹਦੇ ਵਿੱਚ ਕਿਸੇ ਵਿਅਕਤੀ ਨੇ ਅਗਰ ਮਨੀ ਲਾਂਡਰਿੰਗ ਕੀਤੀ ਹੈ ਤੇ ਉਹਦੀ ਪੈਦੇ ਸੱਟੇ ਤੁਸੀਂ ਅਰੈਸਟ ਨਹੀਂ ਕਰ ਸਕਦੇ। ਔਰ ਉਹਦੇ ਵਿੱਚ ਕਾਫੀ ਸਾਰੇ ਪ੍ਰੋਵੀਜ਼ਨ ਹੈਗੇ ਨੇ। ਤਾਂ ਹੀ ਕਰਕੇ ਤੁਸੀਂ ਇਹ ਦੇਖਿਆ ਹੋਏਗਾ ਕਿ ਜਿਹੜੇ ED ਦੇ ਕੇਸਿਸ ਨੇ ਉਹਦੇ ਵਿੱਚ ਕਨਵਿਕਸ਼ਨ ਰੇਟ ਬਹੁਤ ਘੱਟ ਹੈ। ਔਰ ED ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਟਾ ਦਿੱਤਾ ਸੀ ਜਿਹਦੇ ਵਿੱਚ ਕਿਹਾ ਸੀ ਕਿ ਸਾਡੇ ਉੱਤੇ ਅਕਸਰ ਇਲਜ਼ਾਮ ਲੱਗਦੇ ਆ ਕਿ ਅਸੀਂ ਪੋਲੀਟੀਸ਼ੀਅਨਾਂ, ਖਾਸ ਕਰਕੇ ਵਿਰੋਧੀ ਪਾਰਟੀਆਂ ਦੀ ਪੋਲੀਟੀਸ਼ੀਅਨਸ ਦੇ ਮਗਰ ਪੈਂਦੇ ਆ। ਉਹ ਕਹਿੰਦੇ ਅੱਜ ਤੱਕ ਅਸੀਂ ਇੰਨੇ ਕੇਸ ਕੀਤੇ ਨੇ, ਹਾਂ ਛਾਪੇ ਬਹੁਤ ਮਾਰੇ। ED ਨੇ ਵੀ ਬੜੀ ਚਲਾਕੀ ਨਾਲ ਇਹ ਗੱਲ ਛੁਪਾਈ ਕਿ ਛਾਪੇ ਕਿੰਨੇ ਮਾਰੇ ਉਸ ਗੱਲ ਦਾ ਜ਼ਿਕਰ ਨਹੀਂ ਕੀਤਾ। ਅਸੀਂ ਕਹਿੰਦੇ ਇੰਨੇ ਕੁ ਕੇਸ ਰਜਿਸਟਰਡ ਕੀਤੇ ਨੇ ਤੇ ਸਾਡੀ ਕਨਵਿਕਸ਼ਨ ਰੇਟ 96% ਹੈ। ਜਿਹੜਾ ਇਹ ਗੱਲ ਫੈਲਾਈ ਜਾ ਰਹੀ ਹੈ ਕਿ 2% 3% ਵੀ ਨਹੀਂ ਕਨਵਿਕਸ਼ਨ ਰੇਟ, ਜਦਕਿ 96% ਹੈ। ਹੁਣ ਡਾਟਾ ਨੂੰ ਤੁਸੀਂ ਕਿੱਦਾਂ ਅੱਗੇ ਪਿੱਛੇ ਕਰਨਾ ਹੈ? ਤੇ ਆਪਣੀ ਉਪਲਬਧੀ ਕਨਵਿਕਸ਼ਨ ਰੇਟ ਦੇ ਵਿੱਚ, ਹਾਲਾਂਕਿ CBI ਦੀ ਕਨਵਿਕਸ਼ਨ ਰੇਟ 66% ਦੇ ਕਰੀਬ ਦਿਖਾਈ ਗਈ ਸੀ ਉਸੀ ਡਾਟੇ ਦੀ ਇੱਕ ਲਿਸਟ ਦੇ ਵਿੱਚ। ED, CBI ਨੂੰ ਹੁਣ ਕਿੱਦਾਂ ਅੱਗੇ ਵਧਾਣਾ ਹੈ? ਕੇਂਦਰ ਉਹਦੇ ਉੱਤੇ ਵਿਚਾਰ ਤੇ ਕਰ ਰਹੀ ਹੈ, ਪਰ ਅੱਗੇ ਚੱਲ ਕੇ ਸਰਕਾਰ ਕਿਹਦੀ ਬਣਦੀ ਹੈ, ਉਹ ਵਿਰੋਧੀ ਪਾਰਟੀਆਂ CBI ਦੀ ਸ਼ਕਤੀਆਂ ਦਾ ਕਿੱਦਾਂ ਵਿਰੋਧ ਕਰਦੀ ਹੈ, ਇਹ ਸਾਰੀ ਗੱਲਾਂ ਇੱਕ ਸਟੇਜ ਤੇ ਹੈਗਾ। ਕਾਨੂੰਨ ਆਪਣੇ ਹਿਸਾਬ ਨਾਲ ਬਣਾਏ ਜਾਂਦੇ ਨੇ। ਉਹੀ CBI ਜਿਹੜਾ ਕਦੀ ਪਿੰਜਰੇ ਦਾ ਤੋਤਾ ਸੁਪਰੀਮ ਕੋਰਟ ਤੱਕ ਵੀ ਰੈਫਰ ਕਰਦਾ, ਉਹ ਤੋਤਾ ਹੁਣ ਉਹਨਾਂ ਸੂਬਿਆਂ ਦੇ ਵਿੱਚ, ਜਿਨ੍ਹਾਂ ਸੂਬਿਆਂ ਦੇ ਵਿੱਚ ਨੋ ਐਂਟਰੀ ਦਾ ਬੋਰਡ ਲੱਗਿਆ, ਉੱਥੇ ਜਾਣ ਵਾਸਤੇ ਸ਼ਕਤੀ ਹੁਣ ਕੇਂਦਰ ਸਰਕਾਰ ਦੇ ਰਹੀ ਹੈ। ਉਹ ਸ਼ਕਤੀ ਦੇਣ ਚ ਕਿੰਨੀ ਕੁ ਕਾਮਯਾਬ ਹੁੰਦੀ ਹੈ? ਉਸ ਤੋਂ ਬਾਅਦ CBI ਜਿੱਥੇ ਮਰਜ਼ੀ ਗਲੀ ਮੁਹੱਲੇ ਜਿਹੜੇ ਮਰਜ਼ੀ ਸੂਬੇ ਦੇ ਵਿੱਚ ਕੁਝ ਵੀ ਕਰੇ, ਉਹ ਚੀਜ਼ਾਂ ਹੁਣ ਆਉਣ ਵਾਲੀਆਂ ਹੈ। ਤੁਹਾਨੂੰ ਯਾਦ ਹੈ, ਦੇਖੋ ਬੇਅਦਬੀ ਦੇ ਮੁੱਦੇ ਦੇ ਉੱਤੇ CBI ਨੂੰ ਬਾਦਲ ਸਾਹਿਬ ਨੇ ਜਾਂਚ ਹੈਂਡਓਵਰ ਕੀਤੀ ਸੀ, ਔਰ ਬਾਅਦ ਚੋਂ CBI ਤੋਂ ਉਹ ਕੇਸ ਵਾਪਸ ਲੈਣਾ ਔਖਾ ਹੋ ਗਿਆ ਸੀ। ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਹਾਲਾਂਕਿ ਅਸੈਂਬਲੀ ਦੇ ਵਿੱਚ ਇਹ ਗੱਲ ਕਹੀ ਸੀ ਕਿ CBI ਨੂੰ ਜਿਹੜੀ ਅਸੀਂ ਇਜਾਜ਼ਤ ਦਿੱਤੀ ਸੀ ਇਹ ਗਲਤ ਸੀਗਾ, ਅਸੀਂ ਇਹ ਵਾਪਸ ਲੈਣਾ ਚਾਹੁੰਦੇ ਹਾਂ। ਔਰ CBI ਪੂਰੀ ਟਕਰਾਵ ਦੀ ਸਥਿਤੀ ਤੇ ਆ ਗਈ ਸੀ ਜਦ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਕਲੋਜ਼ਰ ਰਿਪੋਰਟ ਕੋਰਟਾਂ ਦੇ ਵਿੱਚ ਫਾਈਲ ਕਰਤੀ ਸੀ। ਪਰ ਚਲੋ ਹੁਣ CBI ਦੀ ਐਂਟਰੀ ਪੰਜਾਬ ਦੇ ਵਿੱਚ ਜਾਂ ਉਹਨਾਂ तमाम ਸੂਬਿਆਂ ਦੇ ਵਿੱਚ ਕਿੱਦਾਂ ਹੋਏ, ਉਹਦੇ ਉੱਤੇ ਕੇਂਦਰ ਸਰਕਾਰ ਵਿਚਾਰ ਕਰ ਰਹੀ ਹੈ।
ਹਾਂ, ਉਹਨਾਂ ਦੇ ਉੱਤੇ ਵਿਚਾਰ ਕਰ ਰਹੀ ਹੈ, ਪਰ ਜਿਹੜੇ ਈਡੀ ਦੇ ਅੰਕੜੇ ਆ, ਮੈਨੂੰ ਲੱਗਦਾ ਉਹ ਜਿਹੜੇ ਅਫਸਰਾਂ ਤੋਂ ਲੈ ਕੇ ਬਾਕੀ ਜਨ ਸਧਾਰਨ ਦੇ ਉੱਤੇ ਕੇਸ ਹੋਏ ਆ, ਉਹਨਾਂ 'ਚ ਕਨਵਿਕਸ਼ਨ ਰੇਟ ਕਾਫੀ ਹੋ ਸਕਦੀ ਆ। ਇਹ ਮੰਨਣਾ ਪਊਗਾ, ਕਿਉਂਕਿ ਉਹ ਬਹੁਤੇ ਕੇਸ ਪਹਿਲਾਂ ਸਥਾਨਕ ਵਿਜੀਲੈਂਸ ਜਾਂ ਪੁਲਿਸ ਵੱਲੋਂ ਕੀਤੇ ਹੁੰਦੇ ਆ, ਜਿਨ੍ਹਾਂ 'ਚ ਈਡੀ ਐਂਟਰ ਕਰਦੀ ਆ ਔਰ ਉਹਨਾਂ ਨੂੰ ਬਣੇ ਬਣਾਏ ਸਬੂਤ ਕਾਫੀ ਹੱਦ ਤੱਕ ਮਿਲ ਜਾਂਦੇ ਆ। ਜਾਂਚ ਪਹਿਲਾਂ ਹੋਈ ਹੁੰਦੀ ਹੈ, ਇਹਨਾਂ ਨੇ ਆਪਣੇ ਐਂਗਲ ਤੋਂ ਉਹਦੇ ਵਿੱਚ ਕੁਝ ਨਵੀਆਂ ਚੀਜ਼ਾਂ ਪੇਸ਼ ਕਰਨੀਆਂ ਹੁੰਦੀਆਂ। ਵੈਸੇ ਈਡੀ ਦੇ ਹੱਕ 'ਚ ਇਹ ਗੱਲ ਜਾਂਦੀ ਆ, ਜਾਂ ਈਡੀ ਦਾ ਇਹ ਖੌਫ ਜ਼ਰੂਰ ਆ ਕਿ ਜਿਹਨੂੰ ਹੱਥ ਇਹਨਾਂ ਦਾ ਪੈ ਜਾਂਦਾ ਉਹਦੀ ਜ਼ਮਾਨਤ ਥੋੜੀ ਕੀਤਿਆਂ ਨਹੀਂ ਹੁੰਦੀ। ਸੋ ਇੰਦਰਪ੍ਰੀਤ ਜੀ, ਆਖਰੀ ਹੁਸ਼ਿਆਰਪੁਰ ਤੋਂ ਸੋਸ਼ਲ ਐਕਟਿਵਿਸਟ ਨੇ ਸਮਾਜਿਕ ਕਾਰਕੁਨ ਪ੍ਰਵਿੰਦਰ ਸਿੰਘ ਕਿਤਨਾ, ਔਰ ਕਾਫੀ ਕੰਮ ਕਰਦੇ ਨੇ। ਉਹ ਲਗਾਤਾਰ ਆਰਟੀਆਈ ਤਹਿਤ ਇਨਫੋਰਮੇਸ਼ਨ ਵੀ ਲੈਂਦੇ ਨੇ, ਕੰਪਲੇਂਟਸ ਕਰਦੇ ਰਹਿੰਦੇ ਆ ਡੀਜੀਪੀ ਤੋਂ ਲੈ ਕੇ ਪੰਜਾਬ ਦੇ ਕਿਸੇ ਵੀ ਸੀਐਮ ਨੂੰ। ਜਿੱਥੇ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਆ ਗਲਤ ਹੋ ਰਿਹਾ, ਉਹ ਆਪਣੀ ਗੱਲ ਕਹਿੰਦੇ। ਉਹਨਾਂ ਨੇ ਹੁਣ ਇੱਕ ਆਰਟੀਆਈ ਦੇ ਤਹਿਤ ਇਨਫੋਰਮੇਸ਼ਨ ਮੰਗੀ ਸੀ ਕਿ ਪੰਜਾਬ ਦੇ ਵਿਧਾਇਕਾਂ ਦੀ ਸਾਨੂੰ ਜਾਣਕਾਰੀ ਦਿਓ, ਜਿਨ੍ਹਾਂ ਨੇ ਆਮਦਨ ਦੀ ਆਪਣਾ ਬਿਊਰਾ ਦਿੱਤਾ ਹੈ, ਜਿਨ੍ਹਾਂ ਨੇ ਆਪਣੀਆਂ ਪ੍ਰਾਪਰਟੀਆਂ ਦਾ ਵੇਰਵਾ ਵਿਧਾਨ ਸਭਾ ਕੋਲ ਜਮ੍ਹਾਂ ਕਰਾਇਆ ਹੈ, ਤੇ ਉਹਦੇ ਉੱਤੇ ਮੇਰੇ ਖਿਆਲ ਉਹਨਾਂ ਨੂੰ ਨਾ ਹੋਈ ਹੈ। ਇਹ ਮਾਮਲਾ ਥੋੜਾ ਜਿਹਾ ਐਡਰੈਸ ਕਰ ਦਿਓ, ਦਰਅਸਲ ਇਹ ਹੈ ਕੀ ਸੀ? ਰੰਧਾਵਾ ਸਾਹਿਬ, ਦੇਖੋ, ਇਹਦੇ ਤੇ ਸਾਰੀਆਂ ਪਾਰਟੀਆਂ ਜਦੋਂ ਇਲੈਕਸ਼ਨਸ ਤੋਂ ਪਹਿਲਾਂ ਤਾਂ ਇਹ ਕਹਿੰਦੀਆਂ ਨੇ ਕਿ ਕਰਪਸ਼ਨ ਦੇ ਉੱਤੇ ਜ਼ੀਰੋ ਟੋਲਰੈਂਸ ਹੋਏਗੀ, ਤਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਵੀ ਸਾਡੇ ਐਮਐਲਏ ਐਨ ਸਾਫ਼ ਸੁਥਰੇ ਰਹਿਣਗੇ। ਅਸੀਂ ਹਰ ਸਾਲ ਵਿਧਾਨ ਸਭਾ, ਪਹਿਲਾਂ ਵਿਧਾਨ ਸਭਾ ਨਹੀਂ ਸੀ ਐਕਚੁਅਲੀ, ਤਾਂ ਇਹ ਸੀਗਾ ਕਿ ਸਰਕਾਰ ਨੂੰ ਦਿੱਤੀ ਜਾਏਗੀ। ਜਦੋਂ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਉਸ ਤੋਂ ਤੁਹਾਨੂੰ ਯਾਦ ਹੋਊਗਾ ਜਿਹੜਾ ਇੱਕ ਮੈਨੀਫੈਸਟੋ ਤਿਆਰ ਕੀਤਾ ਗਿਆ ਸੀ, ਉਹਦੇ ਵਿੱਚ ਇਹ ਸੀ ਕਿ ਸਾਰੇ ਵਿਧਾਇਕ ਦੀ ਲਈ ਇਹ ਜ਼ਰੂਰੀ ਹੋਏਗਾ ਕਿ ਹਰ ਸਾਲ ਆਪਣੀ ਜਿਹੜੀ ਪ੍ਰਾਪਰਟੀ ਰਿਟਰਨ ਹੈ ਉਹ ਸਰਕਾਰ ਨੂੰ ਜਮ੍ਹਾਂ ਕਰਾਈ ਜਾਏਗੀ। ਬਾਅਦ ਦੇ ਵਿੱਚ ਇਹ ਕਰਤਾ ਗਿਆ ਕਿ ਨਹੀਂ, ਚਲੋ ਤੁਸੀਂ ਵਿਧਾਨ ਸਭਾ ਨੂੰ ਦੇ ਦਿਆ ਕਰੋ। ਵਿਧਾਨ ਸਭਾ ਦੇ ਵਿੱਚ ਹੁਣ ਕੋਈ ਦਿੰਦਾ ਕੋਈ ਨਹੀਂ ਦਿੰਦਾ, ਇਹ ਕੋਈ ਜ਼ਰੂਰੀ ਨਹੀਂ ਹੈ ਕਿ ਉੱਥੇ ਦੇਣੀ ਹੈ। ਪਰ ਮੈਨੂੰ ਇੱਕ ਜਿਹੜਾ ਆਰਟੀਆਈ ਪਾਈ ਗਈ ਹੈ ਇਸ ਤੇ ਵੀ ਹਰ ਸਾਲ ਸਾਨੂੰ ਕਿੰਨੀ ਵਧੀ, ਇਹਦੀ ਜਾਣਕਾਰੀ ਦਿੱਤੀ ਜਾਏ, ਤੇ ਗਵਰਨਮੈਂਟ ਨੇ ਮਨਾ, ਵਿਧਾਨ ਸਭਾ ਨੇ ਮਨਾ ਕਰਤਾ, ਇਹ ਕਹਿ ਕੇ ਕਿ ਇਹ ਤਾਂ ਉਹਦੀ ਨਿੱਜੀ ਉਹ ਹੈ, ਇਸ ਕਰਕੇ ਨਹੀਂ ਦਿੱਤੀ। ਜਦੋਂ ਉਹਨੇ ਵਿਧਾਨ ਸਭਾ ਦੇ ਵਿੱਚ ਆ ਗਿਆ ਤਾਂ ਮੈਨੂੰ ਲੱਗਦਾ ਫਿਰ ਨਿੱਜਤਾ ਤਾਂ ਕੁਝ ਰਹਿੰਦੀ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਇਲੈਕਸ਼ਨ ਲੜੋਗੇ ਉਦੋਂ ਤੁਹਾਨੂੰ ਸਾਰੀ ਪ੍ਰਾਪਰਟੀ ਜਾਂ ਸਾਰੇ ਐਸੈਟਸ, ਹੋਰ ਕਰਜ਼ੇ ਜਿੰਨੇ ਤੁਹਾਡੇ ਤੇ ਹੈ, ਇੱਕ ਇੱਕ ਚੀਜ਼ ਤੁਹਾਨੂੰ ਦੱਸਣੀ ਹੁੰਦੀ ਹੈ। ਤਾਂ ਅਗਰ ਉਹ ਸਾਲ ਦਰ ਸਾਲ ਵੀ ਤੁਸੀਂ ਦੱਸ ਦਿੰਦੇ ਹੋ, ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ, ਇਹ ਤਾਂ ਦੱਸ ਦਿੱਤੀ ਜਾਣੀ ਚਾਹੀਦੀ ਸੀਗੀ। ਪਰ ਇਹਦੇ ਵਿੱਚ ਇਹ ਕਹਿ ਕੇ ਵੀ ਨਿੱਜਤਾ ਹੈ, ਇਹ ਇਸ ਕਰਕੇ ਅਸੀਂ ਨਹੀਂ ਦਿੱਤੀ ਜਾ ਸਕਦੀ, ਤਾਂ ਇਹਨੂੰ ਕਮਜ਼ੋਰ ਕਰਨ ਵਾਲੀ ਚੀਜ਼ ਹੈ, ਜੋ ਇੱਕ ਆਪਾਂ ਕਹਿੰਦੇ ਨਾ ਇੱਕ ਰਾਹ ਬਣਾਤੀ ਹੈ ਵੀ ਚਲੋ ਠੀਕ ਹੈ, ਸਾਡੇ ਹਰ ਐਮਐਲਏ ਜਿਹੜਾ ਹੈਗਾ ਉਹ ਬਾਉਂਡ ਹੋਊਗਾ ਆਪਣੀ ਪ੍ਰਾਪਰਟੀ ਰਿਟਰਨਸ ਦੇਣ ਵਾਸਤੇ। ਪਰ ਹੌਲੀ ਹੌਲੀ ਕੀ ਕਰਦੇ ਆ ਕਿ ਉਹ ਇਹਨੂੰ ਇੰਨਾ ਕਮਜ਼ੋਰ ਕਰ ਦਿੰਦੇ ਆ ਵੀ ਫਿਰ ਕੋਈ ਦੇ ਨਾ ਦੇ, ਇਹ ਖਤਮ ਹੀ ਹੋ ਜਾਂਦਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਹੁਣ ਇਹ ਆਰਟੀਆਈ ਐਕਟ ਨੂੰ ਵੀ ਇਸੇ ਤਰ੍ਹਾਂ ਹੀ ਕਮਜ਼ੋਰ ਕੀਤਾ ਜਾ ਰਿਹਾ ਹੈ। ਮੈਨੂੰ ਲੱਗਦਾ ਕਿ ਕਿਤਨਾ ਸਾਹਮਣੇ ਜੋ ਇਹ ਪਾਈ ਹੈ, ਇਹਦੀ ਅਪੀਲ ਜ਼ਰੂਰ ਅੱਗੇ ਕੀਤੀ ਜਾਣੀ ਚਾਹੀਦੀ ਹੈ, ਇਹਨੂੰ ਨੇੜੇ ਛੱਡਣਾ ਨਹੀਂ ਚਾਹੀਦਾ। ਚਾਹੇ ਉਹਨਾਂ ਨੂੰ ਸਟੇਟ ਇਲੈਕਸ਼ਨ ਕਮਿਸ਼ਨ ਤੱਕ ਜਾਣਾ ਪਵੇ, ਉੱਥੇ ਲੈ ਕੇ ਜਾਣਾ ਚਾਹੀਦਾ ਵੀ ਉਹ ਸੈਟਿਸਫਾਈ ਨਹੀਂ ਹੈਗੇ ਇਸ ਜਵਾਬ ਤੋਂ। ਇਹ ਕੋਈ ਨਿੱਜਤਾ ਦਾ ਮਾਮਲਾ ਨਹੀਂ ਹੈ। ਮੈਂ ਅਗਰ ਨਹੀਂ ਦਿੰਦਾ ਤਾਂ ਮੈਂ ਤਾਂ ਕਹਿ ਸਕਦਾ, ਕੋਈ ਮੇਰੇ ਬਾਰੇ ਤਾਂ ਨਹੀਂ ਲੈ ਸਕਦਾ, ਕਿਉਂਕਿ ਮੈਂ ਪਬਲਿਕ ਲਾਈਫ ਦੇ ਵਿੱਚ ਨਹੀਂ ਹਾਂ, ਪਰ ਇਹ ਪਬਲਿਕ ਲਾਈਫ ਦੇ ਵਿੱਚ ਨੇ ਤੇ ਇਹਨਾਂ ਨੂੰ ਤੇ ਇਹ ਦੇਣੀ ਪਈ ਜੀ, ਦੇਣੀ ਚਾਹੀਦੀ ਵੀ ਹੈ। ਭਾਸਕਰ ਸਾਹਿਬ, ਦੇਖੋ, ਜਿੱਥੇ ਤੱਕ ਇਹ ਪ੍ਰਾਪਰਟੀ ਦੀ ਡਿਟੇਲ ਦੀ ਗੱਲ ਹੈਗੀ ਹੈ, ਅਫਸਰਸ਼ਾਹੀ ਦੇ ਵਿੱਚ ਵੀ ਇਹ ਇੱਕ ਕਾਨੂੰਨ ਹੈ। ਯਾਨੀ ਕੋਈ ਵੀ ਅਫਸਰ ਕੋਈ ਪ੍ਰਾਪਰਟੀ ਖਰੀਦਦਾ ਹੈ ਤੇ ਉਹਨੂੰ ਉਸ ਪ੍ਰਾਪਰਟੀ ਦੇ ਬਾਰੇ 'ਚ ਆਪਣੇ ਵਿਭਾਗ ਦੇ ਵਿੱਚ ਜਾਣਕਾਰੀ ਦੇਣੀ ਹੁੰਦੀ ਹੈ। ਹੁਣ ਰਾਜਜੀਤ ਦੇ ਮਾਮਲੇ ਦੇ ਵਿੱਚ ਵੀ ਇਹ ਗੱਲ ਨਿਕਲ ਕੇ ਆਈ ਸੀ। ਰਾਜਜੀਤ ਨੇ ਉਹ तमाम ਟ੍ਰਾਂਜੈਕਸ਼ਨ, ਜਿਹੜੀ ਵੀ ਪ੍ਰਾਪਰਟੀ ਉਹਨੇ ਖਰੀਦੀ ਸੀ, ਉਹ ਸਾਰੀ ਦੀ ਇੱਕ ਜਾਣਕਾਰੀ ਆਪਣੇ ਵਿਭਾਗ ਦੇ ਵਿੱਚ ਦਿੱਤੀ ਸੀਗੀ। ਗੱਲ ਤੇ ਉੱਥੇ ਪੈਦਾ ਹੁੰਦੀ ਹੈ ਜਿੱਥੇ ਸ਼ੱਕ ਹੁੰਦਾ ਹੈ। ਸ਼ੱਕ ਵੀ ਤਦ ਪੈਦਾ ਹੁੰਦਾ ਜਦ ਬੰਦਾ ਫੜਿਆ ਜਾਂਦਾ ਹੈ। ਹੁਣ ਇਹ ਜਿਹੜੀ ਪ੍ਰਾਪਰਟੀ ਦੀ ਡਿਟੇਲ ਇੱਕ ਤਰੀਕੇ ਨਾਲ ਕੋਈ ਵੀ ਕੈਂਡੀਡੇਟ ਜਦ ਇਲੈਕਸ਼ਨ ਲੜਦਾ ਹੈ, ਉਹ ਸਾਰੀ ਐਫੀਡੇਵਿਟ ਦਿੰਦੀ ਹੈ। ਬਹੁਤ ਸਾਰੀ ਖਬਰਾਂ ਇਦਾਂ ਦੀ ਵੀ ਨਿਕਲ ਕੇ ਆਉਂਦੀ ਹੈ ਕਿ ਉਸ ਐਫੀਡੇਵਿਟ ਦੇ ਵਿੱਚ ਇਹ ਚੀਜ਼ ਛੁਪਾਈ ਔਰ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਜਿੱਦਾਂ ਧਰਮਸੋਤ ਦੇ ਮਾਮਲੇ ਦੇ ਵਿੱਚ ਹੀ ਉਹ 500 ਗਜ ਦਾ ਮੁਹੱਲੀ ਦੇ ਪਲਾਟ ਦਾ ਜ਼ਿਕਰ ਕੀਤਾ ਸੀ, ਜਿਹੜਾ ਉਹਨਾਂ ਦੀ ਪਤਨੀ ਦੇ ਨਾਂ ਤੇ ਸੀਗਾ, ਪਰ ਉਹਨਾਂ ਨੇ ਉਸ ਐਫੀਡੇਵਿਟ ਦੇ ਵਿੱਚ ਉਹਦਾ ਜ਼ਿਕਰ ਨਹੀਂ ਕੀਤਾ ਸੀ। ਇੱਕ ਵੀ ਕੇਸ ਏਦਾਂ ਦਾ ਹਜੇ ਤੱਕ ਨਹੀਂ ਆਇਆ ਕਿ ਉਹਨਾਂ ਐਫੀਡੇਵਿਟ ਦੇ ਵਿੱਚ ਗਲਤ ਜਾਣਕਾਰੀ ਦੇ ਆਧਾਰ ਦੇ ਵਿੱਚ ਕਿਸੇ ਦੀ ਕੋਈ ਡਿਸਕੁਆਲੀਫਿਕੇਸ਼ਨ ਹੋਈ ਹੋਏ ਜਾਂ ਕਿਸੇ ਨੂੰ ਕੋਈ ਸਜ਼ਾ ਹੋਈ ਹੋਏ। ਹੁਣ ਪ੍ਰਾਪਰਟੀ ਦੀ ਡਿਟੇਲ ਲੈ ਕੇ ਉਹਨੂੰ ਤੁਸੀਂ ਦਰਾਜ ਦੇ ਵਿੱਚ, ਫਾਈਲ ਦੇ ਵਿੱਚ ਰੱਖ ਦੋਗੇ ਤੇ ਉਹਦਾ ਕੋਈ ਫਾਇਦਾ ਨਹੀਂ ਹੋਣਾ। ਡਿਟੇਲ ਮਿਲ ਵੀ ਜਾਏਗੀ
5 ਸਾਲਾਂ ਦੇ ਵਿੱਚ ਕਿਹੜੇ ਲੀਡਰ ਦੀ ਪ੍ਰਾਪਰਟੀ ਕਿੰਨੀ ਵਧੀ, ਉਹਦੇ ਅਗਲੀ ਐਫੀਡੇਵਿਟ ਦੇ ਜ਼ਰੀਏ ਹੀ ਪਤਾ ਲੱਗ ਜਾਂਦਾ ਜਦੋਂ 5 ਸਾਲ ਬਾਅਦ ਫਿਰ ਲੋਕਾਂ ਦੇ ਵਿੱਚ ਜਾਂਦਾ ਹੈ। ਪਰ ਉਹਨਾਂ ਐਫੀਡੇਵਿਟ ਦੇ ਉੱਤੇ ਕਦੀ ਕੋਈ ਐਕਸ਼ਨ ਹੋਇਆ, ਕਦੀ ਕੋਈ ਪੁੱਛਗਿੱਛ ਹੋਈ ਹੈ ਕਿ ਵੀ ਤੁਹਾਡੀ ਪ੍ਰਾਪਰਟੀ 5 ਸਾਲ ਦੇ ਵਿੱਚ ਇੰਨੀ ਕਿਉਂ ਵੱਧ ਗਈ ਤੇ ਕਿੱਦਾਂ ਵੱਧ ਗਈ, ਤੁਸੀਂ ਕਿੱਥੋਂ ਪੈਸੇ ਲਿਆਏ? ਇਹ ਗੱਲਾਂ ਤੇ ਤਦ ਹੀ ਅੱਗੇ ਵੱਧਦੀ ਹੈ ਜਦ ਕੋਈ ਵਿਰੋਧੀ ਪਾਰਟੀ ਦਾ ਬੰਦਾ ਕਿਸੇ ਦੂਜੀ ਪਾਰਟੀ ਦੇ ਕਿਸੇ ਬੰਦੇ ਦੇ ਉੱਤੇ ਡਿਸਪ੍ਰੋਪੋਰਸ਼ਨੇਟ ਅਸੈਟ ਦਾ ਕੇਸ ਪਾ ਕੇ, ਜਿਹੜਾ ਅੱਜ ਕੱਲ ਪੰਜਾਬ ਦੇ ਵਿੱਚ ਚੱਲ ਰਿਹਾ ਹੈ। 10 ਕੈਬਨਿਟ ਮੰਤਰੀ ਪੁਰਾਣੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸਣੇ ਮੁੱਖ ਮੰਤਰੀ ਚੰਨੀ ਜਿਹੜੇ 3-4 ਮਹੀਨੇ ਵਾਸਤੇ ਰਹੇ ਸੀਗੇ, ਹੁਣ ਵਿਜੀਲੈਂਸ ਚੱਕਰ ਇਸ ਕਰਕੇ ਕੱਟ ਰਹੇ ਨੇ ਕਿਉਂਕਿ ਉਹ ਡਿਸਪ੍ਰੋਪੋਰਸ਼ਨੇਟ ਅਸੈਟ ਦਾ ਕੇਸ ਪਾਇਆ। ਐਦਾਂ ਦਾ ਕੇਸ ਕਿਸੇ ਦੇ ਖਿਲਾਫ ਹੀ ਪਾਇਆ ਜਾ ਸਕਦਾ ਹੈ, ਪਰ ਇਹ ਪ੍ਰਾਪਰਟੀ ਦੀ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ। ਆਮ ਆਦਮੀ ਪਾਰਟੀ ਜਦ ਅੰਦੋਲਨ ਤੋਂ ਨਿਕਲ ਕੇ ਆਈ ਸੀ ਤੇ ਸਭ ਤੋਂ ਵੱਡੀ ਔਰ ਸਭ ਤੋਂ ਪਹਿਲੀ ਅਨਾਉਂਸਮੈਂਟ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਸਾਡੀ ਪਾਰਟੀ ਦੀ ਵੈਬਸਾਈਟ ਦੇ ਵਿੱਚ ਪਾਈ ਦਾ ਹਿਸਾਬ ਦਿੱਤਾ ਜਾਏਗਾ, ਸਾਨੂੰ ਕਿੰਨੀ ਡੋਨੇਸ਼ਨ ਕਿੱਥੋਂ ਆਉਂਦੀ ਹੈ। ਅੱਜ ਉਹੀ ਪਾਰਟੀ ਕਿਸੇ ਵੀ ਤਰੀਕੇ ਦਾ ਹਿਸਾਬ ਦੇਣ ਤੋਂ ਕਤਰਾ ਰਹੀ ਹੈ। ਸਿਚੁਏਸ਼ਨ ਚੇਂਜ ਹੋਣ ਦੀ, ਜਦ ਤੁਸੀਂ ਆਪੋਜੀਸ਼ਨ ਦੇ ਵਿੱਚ ਹੁੰਦੇ ਹੋ ਤੇ ਤੁਹਾਨੂੰ ਬਾਹਾਂ ਚੱਕ ਕੇ ਬਹੁਤ ਸਾਰੀ ਗੱਲਾਂ ਏਦਾਂ ਦੀ ਕਰਨੀ ਪੈਂਦੀ ਹੈ ਕਿਉਂਕਿ ਉਂਗਲ ਉਠਾਣੀ ਈਜ਼ੀ ਹੁੰਦੀ ਹੈ। ਫਿਰ ਜਦ ਤੁਸੀਂ ਸਰਕਾਰ ਦੇ ਵਿੱਚ ਆ ਜਾਂਦੇ ਹੋ ਤੇ ਆਪਣੀ ਹੀ ਵੈਬਸਾਈਟ ਦੇ ਵਿੱਚ ਉਹ ਜਾਣਕਾਰੀਆਂ, ਜਿਨ੍ਹਾਂ ਜਾਣਕਾਰੀਆਂ ਨੂੰ ਦੇਣ ਦਾ ਵਾਅਦਾ ਕਦੀ ਤੁਸੀਂ ਸਟੇਜਾਂ ਤੋਂ ਕਰਦੇ ਸੀਗੇ, ਹੁਣ ਕਿਉਂ ਨਹੀਂ ਦਿੰਦੇ? ਇਸ ਗੱਲ ਦਾ ਜਵਾਬ ਵੀ ਦੇਣਾ ਪਸੰਦ ਨਹੀਂ ਕਰਦੇ। ਇਹ ਇੱਕ ਪੋਲੀਟੀਕਲ ਸਿਚੁਏਸ਼ਨ ਹੈ, ਸਾਰੀ ਪੋਲੀਟੀਕਲ ਪਾਰਟੀਆਂ ਦੀ ਇਹ ਮਜਬੂਰੀ ਹੈ ਕਿ ਇਲੈਕਟੋਰਲ ਬੌਂਡਸ ਦੇ ਜ਼ਰੀਏ ਤੁਹਾਨੂੰ ਕਿੱਥੋਂ ਤੇ ਕਿੰਨਾ ਪੈਸਾ ਆਉਂਦਾ ਹੈ। ਇਸ ਰਿਫਾਰਮਸ ਦੇ ਬਾਰੇ ਜਦ ਸੁਪਰੀਮ ਕੋਰਟ ਵੀ ਗੱਲ ਕਰਦਾ ਹੈ ਤੇ ਸਾਰੀ ਪਾਰਟੀਆਂ ਇਹਦੇ ਉੱਤੇ ਇਕਜੁੱਟ ਹੋ ਕੇ ਖੜੀ ਹੋ ਜਾਂਦੇ ਵੀ ਨਾ, ਇਹ ਡਿਟੇਲ ਨਹੀਂ ਮਿਲਣੀ ਚਾਹੀਦੀ ਲੋਕਾਂ ਨੂੰ ਕਿ ਸਾਨੂੰ ਪੈਸਾ ਕਿੱਥੋਂ ਆ ਰਿਹਾ। ਜੇ ਇਹ ਮਿਲ ਗਈ ਤੇ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਕੀ ਹੋਏਗਾ। ਅੱਗੇ ਚੱਲ ਕੇ ਗੱਲ ਜਦ ਤੁਰੇਗੀ ਤੇ ਸਿਆਸੀ ਸਟੇਜਾਂ ਤੋਂ ਹੀ ਇਹ ਗੱਲ ਤੁਰਨੀ ਹੈ। ਚਲੋ ਹੁਣ ਕਿਤਨਾ ਸਾਹਿਬ ਕਿੱਥੇ ਤੱਕ ਜਾਂਦੇ ਨੇ, ਇਹ ਗੱਲ ਦੇਖਣ ਵਾਲੀ। ਸਵਾਲ ਤੇ ਇਸ ਗੱਲ ਦਾ ਹੈ ਕਿ ਤੁਸੀਂ ਪਿਛਲੇ 20 ਸਾਲਾਂ ਦੇ ਵਿੱਚ ਜਿੰਨੀ ਖਰੀਦ ਵੇਚ ਹੋਈ ਹੈ, ਜੇਕਰ ਇੱਕ ਵਾਰੀ ਸਾਰੀ ਦੀ ਜਾਂਚ ਕਰਾ ਲਓ, ਇੱਕ ਕਮਿਸ਼ਨ ਬਿਠਾ ਕੇ ਜਿਹਦੇ ਅੰਤਰਗਤ ਮਾਲ ਵਿਭਾਗ ਤੋਂ ਲੈ ਕੇ ਸਾਰੇ ਜਿੰਨੇ ਆ ਉਹ ਜਾਣਕਾਰੀਆਂ ਸਪੋਰਟ ਸਿਸਟਮ ਦੇ ਵਿੱਚ ਦੇਣ ਲਈ ਸਹਿਮਤ ਹੋਣ, ਤੇ ਮੈਨੂੰ ਲੱਗਦਾ ਹੈ ਕਿ 5 ਲੱਖ ਕਰੋੜ ਰੁਪਈਆ ਸਟੇਟ ਨੂੰ ਮਿਲ ਸਕਦਾ ਹੈ ਕਿਉਂਕਿ ਰਜਿਸਟਰੀਆਂ ਦੇ ਵਿੱਚ ਡਬਲ ਤੋਂ ਜ਼ਿਆਦਾ 2 ਨੰਬਰ ਦਾ ਪੈਸਾ ਲੱਗਿਆ ਹੁੰਦਾ। ਜੋ ਰੇਟ ਕਲੈਕਟਰ ਰੇਟ ਆ ਉਹਦੇ ਤੋਂ ਕਿੰਨੀ ਵੱਧ ਵਿੱਚ ਰਜਿਸਟਰੀ ਹੁੰਦੀ ਆ, ਕਿੰਨਾ ਰੈਵਨਿਊ ਲਾਸ ਹੋਇਆ, ਜੇ ਸਿਰਫ ਉਹਦਾ ਹੀ ਹਿਸਾਬ ਲਾ ਲਿਆ ਜਾਵੇ। ਉਂਝ ਵੈਸੇ ਬੇਨਾਮੀਆਂ ਤੋਂ ਲੈ ਕੇ ਕਿੱਦਾਂ ਹੋਇਆ ਸਾਰਾ ਕੁਝ ਸਭ ਸਾਹਮਣੇ ਆ ਜੂ। ਹਰੇਕ ਨੂੰ ਆਪਣੇ ਬਾਰੇ ਦੱਸਣਾ ਪਊ ਕਿ ਇਹ ਪ੍ਰਾਪਰਟੀ ਉਹਨੇ ਹੁਣ, ਕਿਉਂਕਿ ਜੇ ਹਿਮਾਤੜ ਕਿਸੇ ਦੇ ਨਾਂ ਤੇ ਕੋਈ 5-7 ਕਰੋੜ ਦੀ ਪ੍ਰਾਪਰਟੀ ਬਣ ਗਈ, ਇਨਕਮ ਦਾ ਉਹਦਾ ਕੋਈ ਸੋਰਸ ਨਹੀਂ, ਉਹ ਵੀ ਤਾਂ ਦੱਸੂਗਾ ਨਾ ਕਿ ਆਖਰਕਾਰ ਮੇਰੀ ਨਹੀਂ ਆ। ਖੈਰ ਇਹ ਕਿੰਨੇ ਕਰਾਉਣਾ? ਜੇ ਭਗਵੰਤ ਮਾਨ ਕੁਝ ਵੀ ਨਾ ਕਰਨ, ਸਿਰਫ ਸਵੇਰ ਤੋਂ ਸ਼ਾਮ ਤੱਕ ਇਹੀ ਬਹਿ ਜਾਣ ਵੀ ਪਿਛਲੇ 20 ਸਾਲਾਂ ਦਾ ਹਿਸਾਬ ਲੈਣਾ ਟੋਟਲ ਖਰੀਦ ਵੇਚ ਦਾ। ਮਿਹਰਬਾਨੀ, ਧੰਨਵਾਦ ਜੀ।